अगर गैर जबान चाहते हो आराधना करो। हालेलुया। अपने हत्थों में इस्तेमाल करते हुए भी तुसी आराधना कर सकते हो। हालेलुया। अपने मुंह खोलते हुए भी हालेलुया। रबा रबा शाह या पावर रखो सारा रबा शाह रबा। धन्यवाद हो प्रभु। आज खुदावन ने इस जगह ते सानू बुला लिया। धन्यवाद हो प्रभु। अपने बच्चों को बुला लिया। धन्यवाद हो खुदावन। तो इतने हाजिर हैं। धन्यवाद हो खुदावन। तो अज हरेक नूं खुदावन आशीष देनी चाहना ये भी धन्यवाद हो प्रभु। कोई जन तेरी आशीष तो वांझा ना रह जाए प्रभु। हरेक जन आशीष पा जाए। जोर से ताली बजाते हुए मुंह खोलते हुए हालेलुया रबा फाबरा खला रबा। धन्यवाद हो। हालेलुया। सौंप देता हूँ मैं खुद को तेरे हाथ। देता हूँ मैं खुद को तेरे हाथ कि मेरा तुम्हारा सदा कि मेरा तुम्हारा सदा रहे सौंप देता हूँ मैं खुद को तेरे हाथ। देता हूँ मैं खुद को तेरे हाथ कि मेरा तुम्हारा सदा रहे कि मेरा तुम्हारा सदा रहे। तू मुझ में रहे और मैं तुझ में रहूं। तू मुझ में रहे और मैं तुझ में रहूं। पल जुदाई ना तुझसे सहूं। एक पल जुदाई ना तुझसे सहूं। कर जीवन उजाला बीते मौत की रात। जीवन उजाला बीते मौत कि मेरा तुम्हारा सदा रहे कि मेरा तुम्हारा सदा रहे कि मेरा तुम्हारा सदा रहे। हालेलुया। बैठ बैठ बैठ। सो पहला तो सब तो मैं बेनती करूंगा कि ये जी छतरी आ ये थोड़ा साइड से कर दो। मैं पता रहे कि अगे कोई सुता ना हो बेचारा भी सुन रहा इन इस हिसाब से लगा दो कि हाँ मैं सारी नजर आऊं। हालेलुया। सो आइए वचन दे वाल चलते हैं। जबूर 107 ओदी 19 और 20 आयत पढ़ दे। जबूर 107 ओदी 19 और 20 आयत। हालेलुया। हालेलुया। ਤਾਂ ਉਹ ਆਪਣੀ ਵਿਪਤਾ ਵਿੱਚ ਯਹੋਵਾ ਦੀ ਦੁਹਾਈ ਦਿੰਦੇ। ਉਹ ਆਪਣੀ ਵਿਪਤਾ ਵਿੱਚ ਯਹੋਵਾ ਦੀ ਦੁਹਾਈ ਦਿੰਦੇ। ਉਹ ਉਹਨਾਂ ਦੇ ਕਸ਼ਟਾਂ ਵਿੱਚੋਂ ਉਹਨਾਂ ਨੂੰ ਬਚਾਉਂਦਾ ਹੈ। ਉਹ ਉਹਨਾਂ ਦੇ ਕਸ਼ਟਾਂ ਵਿੱਚੋਂ ਉਹਨਾਂ ਨੂੰ ਬਚਾਉਂਦਾ ਹੈ। ਉਹ ਆਪਣਾ ਵਚਨ ਘੱਲ ਕੇ ਉਹਨਾਂ ਨੂੰ ਚੰਗਾ ਕਰਦਾ ਹੈ। ਆਪਣਾ ਵਚਨ ਘੱਲ ਕੇ ਉਹਨਾਂ ਨੂੰ ਕੀ ਕਰਦਾ ਆ? ਚੰਗਾ ਕਰਦਾ। ਅਤੇ ਉਹਨਾਂ ਨੂੰ ਤਬਾਹੀ ਤੋਂ ਬਚਾਉਂਦਾ ਹੈ। ਉਹਨਾਂ ਨੂੰ ਤਬਾਹੀ ਤੋਂ ਕੀ ਕਰਦਾ ਆ? ਬਚਾਉਂਦਾ। ਆਪਣਾ ਵਚਨ ਭੇਜ ਕੇ ਚੰਗਾ ਕਰਦਾ ਤੇ ਆਉਣ ਵਾਲੀ ਤਬਾਹੀ ਤੋਂ ਕੀ ਕਰਦਾ ਆ? ਬਚਾਉਂਦਾ ਆ। ਹਾਲੇਲੂਇਆ। ਸੋ ਇਹਦਾ ਵਿਸ਼ਾ ਸਾਡਾ ਆ ਨਵਾਂ ਜਨਮ। पर मैं ये वचन जो तुहानू पढ़ाया आ ये बारे हल्का जा दसना चाहना आ
ਕਿ ਉਹ ਆਪਣਾ ਵਚਨ ਭੇਜਦਾ ਤੇ ਚੰਗਾ ਕਰਦਾ ਤੇ ਆਉਣ ਵਾਲੀ ਤਬਾਹੀ ਤੋਂ ਕੀ ਕਰਦਾ ਆ, ਬਚਾਉਂਦਾ। ਅੱਜ ਅਫਸੋਸ ਦੀ ਗੱਲ ਇਹ ਆ ਕਿ ਉਹਦੇ ਭੇਜੇ ਹੋਏ ਵਚਨ ਦੁਆਰਾ ਅਸੀਂ ਚੰਗੇ ਤਾਂ ਹੋ ਰਹੇ ਆ, ਪਰ ਆਉਣ ਵਾਲੀ ਤਬਾਹੀ ਤੋਂ ਬਚਦੇ ਨਹੀਂ। ਚੰਗੇ ਹੋਣਾ ਤੇ ਆਉਣ ਵਾਲੀ ਤਬਾਹੀ ਤੋਂ ਬਚਣਾ, ਇਹਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਆ। ਹਾਲੇਲੂਇਆ। ਸੋ ਅੱਜ ਕਲੀਸਿਆਵਾਂ ਸਿਰਫ ਚੰਗਾ ਹੋਣ ਤੇ ਲੱਗ ਗਈਆਂ ਜਾਂ ਬਰਕਤਾਂ ਪਾਉਣ ਤੇ ਲੱਗ ਗਈਆਂ। ਸੋ ਇਹਦਾ ਮਤਲਬ ਆ ਤੁਸੀਂ ਚੰਗੇ ਹੋ ਸਕਦੇ ਹੋ, ਬਰਕਤਾਂ ਪਾ ਸਕਦੇ ਹੋ, ਪਰ ਆਉਣ ਵਾਲੀ ਤਬਾਹੀ ਤੋਂ ਨਹੀਂ ਬਚ ਸਕਦੇ ਜਿੰਨੀ ਦੇਰ ਤੱਕ ਪ੍ਰਭੂ ਦੇ ਵਚਨ ਤੇ ਖੜੇ ਨਹੀਂ ਹੁੰਦੇ। ਹਾਲੇਲੂਇਆ, ਬੋਲੋ ਹਾਲੇਲੂਇਆ। ਤਬਾਹੀ ਤੋਂ ਨਹੀਂ ਬਚ ਸਕਦੇ ਜਿੰਨੀ ਦੇਰ ਤੱਕ ਵਚਨ ਤੇ ਖੜੇ ਨਹੀਂ ਹੁੰਦੇ। ਜਾਂ ਦੂਸਰੇ ਸ਼ਬਦਾਂ ਵਿੱਚ ਅਸੀਂ ਆਉਣ ਵਾਲੀ ਤਬਾਹੀ ਤੋਂ ਨਹੀਂ ਬਚ ਸਕਦੇ ਜੇਕਰ ਨਵਾਂ ਜਨਮ ਨਹੀਂ ਪਾਉਂਦੇ। ਹਾਲੇਲੂਇਆ। ਸੋ ਇਹ ਜਿਹੜਾ ਵਿਸ਼ਾ ਆ, ਕਾਫੀ ਸਮੇਂ ਤੋਂ ਮੈਂ ਸਨ 12 ਤੋਂ ਇਹ ਵਿਸ਼ਾ ਲੋਕਾਂ ਦੇ ਵਿੱਚ ਦੇ ਰਿਹਾ ਹਾਂ। ਇੰਡੀਆ ਦੇ, ਹਿੰਦੁਸਤਾਨ ਦੇ ਅਲੱਗ-ਅਲੱਗ ਸੂਬਿਆਂ ਦੇ ਵਿੱਚ, ਸ਼ਹਿਰਾਂ ਦੇ ਵਿੱਚ, ਅਮਰੀਕਾ ਦੇ ਵਿੱਚ, ਕੈਨੇਡਾ ਦੇ ਵਿੱਚ, ਦੁਬਈ ਦੇ ਵਿੱਚ, ਜਿੱਥੇ-ਜਿੱਥੇ ਵੀ ਪ੍ਰਭੂ ਮੈਨੂੰ ਲੈ ਕੇ ਗਿਆ, ਮੈਂ ਇਹ ਵਿਸ਼ਾ ਦਿੱਤਾ ਔਰ ਮੈਨੂੰ ਇਹਦੇ ਨਾਲ ਬੜੀ ਬਰਕਤ ਮਿਲੀ ਔਰ ਇਸ ਵਿਸ਼ੇ ਨੂੰ ਸੁਣਨ ਵਾਲਿਆਂ ਨੂੰ ਬੜੀ ਆਸ਼ੀਸ਼ ਮਿਲੀ ਹੈ। ਹਾਲੇਲੂਇਆ। ਔਰ ਇਹਦੇ ਬਾਰੇ ਮੈਂ ਦੱਸਣਾ ਚਾਹੁੰਦਾ ਹਾਂ ਕਿ ਜਦੋਂ ਇਹ ਵਿਸ਼ਾ ਮੈਨੂੰ ਮਿਲਿਆ ਸਨ 92 ਤੋਂ ਪ੍ਰਭੂ ਦੀ ਸੇਵਕਾਈ ਦੇ ਵਿੱਚ ਅਸੀਂ ਹੈਗੇ ਹਾਂ ਔਰ ਸਨ 12 ਤੱਕ ਅਸੀਂ ਉਸੇ ਪ੍ਰਕਾਰ ਦੇ ਨਾਲ ਸੇਵਾ ਕਰਦੇ ਰਹੇ ਜਿੱਦਾਂ ਤੁਸੀਂ ਆਜੂ ਬਾਜੂ ਅੱਜ ਕਲੀਸਿਆਵਾਂ ਦੇ ਵਿੱਚ ਸੇਵਾ ਹੁੰਦੀ ਦੇਖਦੇ ਹੋ। ਚਿੰਨ ਚਮਤਕਾਰ ਬਰਕਤਾਂ, ਚਿੰਨ ਚਮਤਕਾਰ ਬਰਕਤਾਂ, ਭੂਤ ਕੱਢਣੇ, ਇਹਦੇ ਤੇ ਹੀ ਅਸੀਂ ਨਿਰਭਰ ਸੀ ਔਰ ਜਿਹਦੇ ਚੋਂ ਭੂਤ ਕੱਢ ਦਈਦਾ ਸੀ, ਚਮਤਕਾਰ ਕਰ ਦਈਦਾ ਸੀ, ਬਾਅਦ ਚ ਉਹਨੂੰ ਫਿਰ ਉਹਦੇ ਹੀ ਪ੍ਰੈਸ਼ਰ ਹੇਠ ਰੱਖੀਦਾ ਸੀ। ਦੇਖੀ ਭੂਤ ਫੇਰ ਆ ਸਕਦਾ ਆ, ਬੰਦਗੀ ਛੱਡਣੀ ਨਹੀਂ। ਦੇਖੀ ਬਿਮਾਰ ਫੇਰ ਹੋ ਸਕਦਾ ਆ, ਬੰਦਗੀ ਛੱਡਣੀ ਨਹੀਂ। ਉਹ ਵਿਚਾਰੇ ਇਦਾਂ ਵੱਜੇ ਰਹਿੰਦੇ ਸੀ। 20 ਸਾਲ ਤੱਕ ਇਦਾਂ ਚੱਲਿਆ। 6 ਮੁਰਦੇ ਜਿੰਦੇ ਹੋਏ ਸਨ 12 ਤੱਕ ਦੀ ਸੇਵਕਾਈ ਦੇ ਦੁਆਰਾ। ਭੂਤ ਬੜੇ ਨਿਕਲੇ, ਬਿਮਾਰ ਬੜੇ ਚੰਗੇ ਹੋਏ, ਟੀਬੀ, ਸ਼ੂਗਰ, ਕੈਂਸਰ ਵਗੈਰਾ ਜਿੰਨੇ ਵੀ ਅਸੀਂ ਰੋਗ ਦੇਖਦੇ ਹਾਂ, ਹਰ ਪ੍ਰਕਾਰ ਦੇ ਰੋਗੀ ਚੰਗੇ ਹੋਏ। ਪਰ ਉਹਦੇ ਦਰਮਿਆਨ ਜਿਹੜਾ ਸੀਗਾ ਇਹ ਸਭ ਕੁਝ ਹੁੰਦਾ ਰਿਹਾ, ਪਰ ਜਿਹੜਾ ਵਚਨ ਦੇ ਅਨੁਸਾਰ ਮੇਰਾ ਜੀਵਨ ਹੋਣਾ ਚਾਹੀਦਾ ਸੀ, ਮੇਰਾ ਪਾਸਟਰ ਦਾ ਜੀਵਨ ਨਹੀਂ। ਮੈਂ ਕਿਸੇ ਦੀ ਕੁਝ ਕਿਸੇ ਤੇ ਨਹੀਂ ਕਰੂੰਗਾ ਕੋਈ ਵੀ ਗੱਲਬਾਤ, ਮੈਂ ਆਪਣੇ ਤੇ ਗੱਲ ਕਰੂੰਗਾ। ਹਾਂ, ਮੇਰੀ ਗੱਲ ਨਾਲ ਤੁਹਾਡੇ ਨਾਲ ਕਿਸੇ ਦਾ ਜੀਵਨ ਮਿਲ ਜਵੇ ਤੇ ਉਹਦੇ 'ਚ ਮੈਂ ਕੁਝ ਕਹਿ ਨਹੀਂ ਸਕਦਾ। ਹਾਲੇਲੂਇਆ। ਸੋ ਮੈਂ ਕਰਦਾ ਸੀਗਾ, ਪ੍ਰਚਾਰ ਵੀ ਕਰਦਾ ਸੀਗਾ, ਬਿਮਾਰ ਵੀ ਚੰਗੇ ਹੁੰਦੇ ਸੀ, ਲੋਕੀ ਮੈਨੂੰ ਰੱਬ ਵਾਂਗੂ ਪੂਜਦੇ ਸੀ, ਪੈਰੀ ਪੈਂਦੇ ਸੀ ਔਰ ਹਰ ਰੋਟੀ ਵੱਲ ਧਿਆਨ ਚਲਾ ਗਿਆ। ਹਾਲੇਲੂਇਆ। ਧਿਆਨ ਨਾਲ ਸੁਣਿਓ, ਮੇਰਾ ਜੀਵਨ ਅੱਜ ਜਿਹੜਾ ਮੈਂ ਤੁਹਾਨੂੰ ਸ਼ੀਸ਼ੇ ਦੀ ਤਰ੍ਹਾਂ ਦਿਖਾਉਣਾ ਚਾਹੁੰਦਾ ਆ, ਇਹਦੇ 'ਚ ਤੁਸੀਂ ਆਪਣੇ ਆਪ ਨੂੰ ਵੀ ਦੇਖ ਸਕਦੇ ਹੋ ਸਕਦਾ ਕੋਈ ਇਦਾਂ ਦਾ ਫਸਿਆ ਪਿਆ ਭੈਣ ਭਰਾ ਬੈਠਾ ਹੋਵੇ, ਕੋਈ ਦਾਸ ਬੈਠਾ ਹੋਵੇ। ਹਾਲੇਲੂਇਆ। ਸੋ ਅੰਦਰੋਂ ਆਵਾਜ਼ ਆਉਂਦੀ ਰਹਿੰਦੀ ਸੀ, ਤੂੰ ਪ੍ਰਭੂ ਦੀ ਸੇਵਾ ਦੇ ਲਾਇਕ ਨਹੀਂ। ਫਿਰ ਜਦੋਂ ਇਦਾਂ ਆਵਾਜ਼ਾਂ ਆਉਣੀਆਂ, ਪ੍ਰੈਸ਼ਰ ਪੈਣਾ, ਕਾਰਨ ਉਹਦਾ ਕੀ ਸੀ? ਬੰਦਗੀ ਕਰਕੇ ਆਉਣੀ, ਬਿਮਾਰ ਚੰਗੇ ਹੋਣੇ, ਭੂਤ ਨਿਕਲਣੇ, ਘਰ ਆਉਂਦੇ ਸਾਰ ਘਰ ਵਾਲੀ ਨਾਲ ਲੜਾਈ ਵੀ ਕਰਨੀ, ਘਰ ਵਾਲੀ ਦੀ ਕੁਟਾਈ ਵੀ ਕਰਨੀ, ਗਾਲਾਂ ਵੀ ਕੱਢਣੀਆਂ ਔਰ ਜ਼ਿਆਦਾ ਹੀ ਗੁੱਸਾ ਚੜਿਆ ਤੇ ਫਰਨੀਚਰ ਵੀ ਘਰ ਦਾ ਤੋੜਨਾ। ਮੈਂ ਪਾਦਰੀ ਨਹੀਂ ਤੇ ਜ਼ਿਆਦਾ ਚੁੱਪ ਕਾਹਤੋਂ ਹੋਏ ਵੀ? ਹਾਲੇਲੂਇਆ। ਇਹ ਮੇਰੇ ਪਾਦਰੀ ਜੀ ਮੈਂ ਗੱਲ ਦੱਸਦਾ ਜੀ, ਲੋਕ ਇਦਾਂ ਦੀਆਂ ਆਪਣੀਆਂ ਕਮੀਆਂ ਨਹੀਂ ਦੱਸ ਦਿੰਦੇ, ਖੂਬੀਆਂ ਦੱਸਦੇ ਰਹਿੰਦੇ ਆ, ਪਰ ਮੈਂ ਖੁੱਲ ਕੇ ਦੱਸਣਾ ਚਾਹੁੰਦਾ ਹਾਂ ਜੋ ਮੇਰੇ ਨਾਲ ਵਾਪਰਿਆ। ਮੈਂ ਆਪਣੀ ਪ੍ਰਸ਼ੰਸਾ ਚਾਹੁੰਦਾ ਹੀ ਨਹੀਂ, ਅਜੇ ਤੱਕ ਤੁਹਾਨੂੰ ਇੱਥੇ ਮੇਰਾ ਨਾਮ ਵੀ ਨਹੀਂ ਦੱਸਿਆ ਹੋਣਾ। ਹਾਲੇਲੂਇਆ। ਤੇ ਮੈਂ ਵੀ ਨਹੀਂ ਦੱਸਣਾ। ਹਾਲੇਲੂਇਆ। ਸੋ ਸਾਡੇ ਨਾਮ ਦੇ ਨਾਲ ਕੋਈ ਮਤਲਬ ਨਹੀਂਗਾ। ਸਭ ਤੋਂ ਉੱਚਾ ਤੇ ਸੱਚਾ ਨਾਮ ਕਿਹੜਾ ਆ? ਯਿਸੂ ਮਸੀਹ। ਹਾਲੇਲੂਇਆ। ਸੋ ਘਰ 'ਚ ਲੜਾਈ ਹੋਣੀ, ਸਭ ਕੁਝ ਹੋਣਾ। ਤੇ ਇੱਕ ਵਾਰ ਏਦਾਂ ਹੋਇਆ, ਜਦੋਂ ਮੈਂ ਘਰ 'ਚ ਲੜ ਰਿਹਾ ਸੀ, ਘਰ ਵਾਲੀ ਨੂੰ ਭੰਨ ਰਿਹਾ ਸੀ ਤੇ ਮੇਰੇ ਬੱਚੇ, ਜਿਹੜਾ ਬੇਟਾ ਗਾ ਰਿਹਾ ਸੀ ਕਰਨ ਗਿੱਲ, ਤੇ ਕੀ ਬੇਟਾ ਮੇਰਾ, ਤੇ ਉਸ ਟਾਈਮ
ਮੈਨੂੰ ਬੜਾ ਭਰਪੂਰੀ ਆਈ ਹੋਈ ਸੀ ਲੜਾਈ ਦੀ, ਤੇ ਲੜ ਰਿਹਾ ਸੀ ਇਹਦੇ ਨਾਲ, ਤੇ ਇਹ ਡਰਦੇ ਡਰਦੇ ਭੱਜ ਗਏ ਘਰੋਂ, ਤੇ ਭੱਜਦੇ ਭੱਜਦੇ ਕਹਿ ਗਏ, ਡੈਡੀ ਤੂੰ ਬਾਹਰ ਸੰਤਿਆਂ ਤੇ ਘਰ ਦੇ ਵਿੱਚ ਦੰਤਿਆਂ। ਸਮਝੇ ਕੁਛ? ਘਰ ਦੇ ਵਿੱਚ ਕੀ ਆ? ਦੰਤਿਆਂ। ਇਹ ਕਹਿ ਗਏ ਡਰਦੇ ਡਰਦੇ ਭੱਜ ਕੇ, ਤੇ ਇਹਨਾਂ ਦੀ ਗੱਲ ਮੇਰੇ ਤੀਰ ਵਾਂਗੂ ਵੱਜੀ। ਮੈਂ ਕਿਹਾ ਗੱਲ ਭਾਵੇਂ ਡਰਦੇ ਡਰਦੇ ਭੱਜਦੇ ਭੱਜਦੇ ਕਹਿ ਗਏ, ਪਰ ਗੱਲ ਕਿਹੜੀ ਕਹਿ ਗਏ ਆ? ਸੱਚੀ ਕਹਿ ਗਏ। ਸੋ ਮੈਂ ਜਦੋਂ ਫਿਰ ਇਹਦਾ ਦੇਖਣਾ, ਇਹਨਾਂ ਨਾਲ ਲੜਨਾ ਝਗੜਨਾ, ਤੇ ਘਰ 'ਚ ਇਦਾਂ ਗੱਲਾਂ ਬਾਤਾਂ ਹੋਣੀਆਂ, ਔਰ ਉਸ ਤੋਂ ਬਾਅਦ ਅੰਦਰੋਂ ਆਵਾਜ਼ਾਂ ਉੱਠਣੀਆਂ ਵੀ ਤੂੰ ਸੇਵਾ ਦੇ ਲਾਇਕ ਨਹੀਂ, ਤੇਰੀ ਸੇਵਾ ਠੀਕ ਨਹੀਂ, ਤੂੰ ਠੀਕ ਨਹੀਂ। ਤੇ ਫਿਰ ਮੈਂ ਭੱਜਣਾ ਕਿਸੇ ਸੁਲਝੇ ਹੋਏ ਪਾਦਰੀ ਕੋਲ, ਸੁਲਝੇ ਹੋਏ ਪਾਦਰੀ ਕੋਲ। ਸੁਲਝੇ ਹੋਏ ਪਾਦਰੀ ਯਾਨੀ ਕਿ ਪੰਜਾਬ ਦੇ ਵਿੱਚ ਇਸ ਟਾਈਮ ਜਿਹੜੇ ਨਾਮੀ ਪਾਦਰੀ ਹੈ ਨਾ, ਨਾਮੀ ਪਾਦਰੀ, ਮੈਂ ਕਿਸੇ ਦਾ ਨਾਮ ਨਹੀਂ ਲਊਂਗਾ, ਉਹ ਹਰੇਕ ਨਾਮੀ ਪਾਦਰੀ ਕੋ ਮੈਂ ਬੈਠਾ ਉਹਦੇ ਨਾਲ ਰਿਹਾ ਉਹਨਾਂ ਸਮਿਆਂ ਦੇ ਵਿੱਚ। ਸਨ 12 ਤੱਕ ਦੀ ਗੱਲ ਦੱਸਦਾ, ਉਸ ਤੋਂ ਗਾਂ ਫਿਰ ਅੱਗੇ ਮੈਂ ਤੁਹਾਡੇ ਨਾਲ ਬਿਆਨ ਕਰ ਦੂੰਗਾ। ਔਰ ਮੈਂ ਸੁਲਝੇ ਹੋਏ ਕਿਸੇ ਪਾਦਰੀ ਕੋ ਭੱਜਣਾ ਵੀ ਜੇ ਇਦਾਂ ਆ ਤੇ ਕਿੱਦਾਂ ਆ। ਔਰ ਜਦੋਂ ਉਹਦੇ ਕੋਲ ਜਾਣਾ, ਸਮਝਣ ਲਈ ਕੀ ਜਾਣਾ ਵੀ ਜੇ ਮੈਂ ਗਲਤ ਆ ਤੇ ਸੇਵਕ ਕੋ ਜਾਊਂਗਾ, ਤੇ ਸੇਵਕ ਦਾ ਜੀਵਨ ਦੇਖ ਕੇ ਮੈਂ ਆਪਣੇ ਜੀਵਨ ਨੂੰ ਕੀ ਕਰੂੰਗਾ? ਠੀਕ ਕਰੂੰਗਾ। ਸਿੱਖਣ ਲਈ ਜਾਣਾ, ਉਹਦੇ ਕੋਲ ਥੋੜਾ ਟਾਈਮ ਰਹਿਣਾ, ਤੇ ਜਦੋਂ ਦੇਖਣਾ ਤੇ ਘਰ ਦੇ ਵਿੱਚ ਹਾਲ ਉਹਦਾ ਵੀ ਉਦਾਂ ਦਾ ਹੋਣਾ, ਉਸ ਪਾਦਰੀ ਦਾ ਵੀ। ਅੱਜ ਵਿਸ਼ਵਾਸੀਆਂ ਦਾ ਹਾਲ ਵੀ ਇਦਾਂ ਦਾ ਹੀ ਆ। ਬੰਦਗੀ 'ਚ ਬੜੇ ਜ਼ਬਰਦਸਤ ਬੰਗਲੇ ਭਗਤ ਹੁੰਦੇ ਆ, ਤੇ ਘਰ ਦੇ ਵਿੱਚ ਪਤਾ ਨਹੀਂ ਕਿਹੜੀ ਆਤਮਾ ਆ ਜਾਂਦੀ ਆ। ਔਰ ਜਦੋਂ ਮੈਂ ਇਸ ਤਰੀਕੇ ਨਾਲ ਜਾਣਾ ਔਰ ਦੇਖਣਾ ਕਿ ਉਹ ਸਾਰੇ ਪਾਦਰੀਆਂ ਕੋਲ ਜਾ ਜਾ ਕੇ ਦੇਖਿਆ, ਸਾਰਾ ਜੀਵਨ ਉਦਾਂ ਦਾ ਹੀ ਹੁੰਦਾ ਸੀ। ਘਰ 'ਚ ਲੜਾਈ ਝਗੜਾ, ਉਹਨਾਂ ਦੇ ਵੀ ਘਰ ਵਾਲੀ ਨਾਲ ਨਹੀਂ ਮੰਨਦੀ ਹੁੰਦੀ, ਫਲਾਣਾ ਫਲਾਣਾ ਫਲਾਣਾ। ਤੇ ਮੈਂ ਲਾਸਟ ਵਿੱਚ ਕੀ ਸੋਚਿਆ, ਮੈਂ ਕਿਹਾ ਅਸੀਂ ਪਾਦਰੀ ਲੋਕ ਸਾਰੇ ਠੀਕ ਆ, ਸਾਡੇ ਟੱਬਰ ਹੀ ਠੀਕ ਨਹੀਂ। ਕਿਉਂਕਿ ਜੇ ਅਸੀਂ ਠੀਕ ਨਾ ਹੋਈਏ ਤੇ ਸਾਡੇ ਵਿੱਚੋਂ ਦੀ ਭੂਤ ਕਿੱਦਾਂ ਨਿਕਲ ਜਾਣ, ਸਾਡੇ ਵਿੱਚੋਂ ਦੀ ਬਿਮਾਰ ਕਿੱਦਾਂ ਚੰਗੇ ਹੋ ਜਾਣ। ਅੱਜ ਬੜੇ ਪਾਦਰੀ ਇਦਾਂ ਹੀ ਚੱਕਰਾਂ 'ਚ ਪਏ ਹੋਏ ਆ, ਕਿੱਦਾਂ ਚੰਗੇ ਹੋ ਜਾਣ। ਇਦਾਂ ਐਡਜਸਟਮੈਂਟ ਜੀ ਆਪਣੇ ਨਾਲ ਕਰਕੇ ਸੇਵਾ ਕਰੀ ਜਾਣੀ ਕਰੀ ਜਾਣੀ ਕਰੀ ਜਾਣੀ। ਔਰ ਸਨ 12 ਵਿੱਚ ਜਦੋਂ ਮੈਂ ਦੂਸਰੀ ਵਾਰ ਅਮਰੀਕਾ ਦੇ ਵਿੱਚ ਗਿਆ, ਉੱਥੇ ਫਿਰ ਪ੍ਰਭੂ ਨੇ ਮੇਰੇ ਨਾਲ ਗੱਲ ਕੀਤੀ ਵੀ ਆਹ ਪੁੱਤਰ ਜਿਹੜੀ ਤੂੰ ਸੇਵਾ ਕਰਦਾ ਨਾ, ਇਹ ਸੇਵਾ ਨਹੀਂ, ਸੇਵਾ ਆ। ਰਾਤ ਨੂੰ 12 ਵਜੇ ਆਵਾਜ਼ ਦੇ ਕੇ ਪ੍ਰਭੂ ਨੇ ਮੈਨੂੰ ਉਠਾ ਲਿਆ। ਅਮਰੀਕਾ ਦੀ ਗੱਲ ਕਰ, ਕਿਉਂਕਿ ਉੱਥੇ ਮੈਂ ਪੱਕਾ ਹੋਣਾ ਚਾਹੁੰਦਾ ਸੀਗਾ। ਔਰ ਮੇਰੇ ਭਰਾ ਨੇ ਵਕੀਲ ਦੇ ਨਾਲ ਗੱਲ ਵੀ ਕਰ ਲਈ ਸੀ, ਉਹਨਾਂ ਨੇ ਕਿਹਾ ਸੀ ਥੋੜੇ ਸਮੇਂ ਦੇ ਵਿੱਚ ਵੀ ਜੀ ਤੂੰ ਟੱਬਰ ਸਮੇਤ ਇੱਥੇ ਪੱਕਾ ਹੋ ਸਕਦਾ ਹੈ। ਔਰ ਉਹਦੇ ਦਰਮਿਆਨ ਮੈਂ ਜਦੋਂ ਇਹ ਦੇਖਿਆ ਕਿ ਪੱਕੇ ਹੋਣ ਦਾ ਮਨ ਬਣਾ ਲਿਆ ਆ, ਔਰ ਇੱਕ ਦਿਨ ਮੈਂ ਇਦਾਂ ਕੰਪਿਊਟਰ ਤੇ ਬੈਠਾ ਕੁਝ ਕਰ ਰਿਹਾ ਸੀਗਾ, ਤੇ ਉੱਥੇ ਮੈਨੂੰ ਇੱਕ ਆਵਾਜ਼ ਆਈ ਵੀ ਤੂੰ ਜਿਹੜਾ ਲੋਕਾਂ ਦੇ ਵਿੱਚ ਸਟੇਜਾਂ ਤੇ ਚੜ ਕੇ ਬੜਾ ਜੰਪ ਮਾਰ ਮਾਰ ਕੇ ਬੜੇ ਜੋਸ਼ ਦੇ ਨਾਲ ਕਹਿੰਦਾ ਉਹਨਾਂ ਲਾਲਚ ਨਾ ਕਰੋ, ਲਾਲਚ ਨਾ ਕਰੋ, ਲਾਲਚ ਕਰਨਾ ਪਾਪ ਆ, ਤੇ ਆ ਤੂੰ ਹੁਣ ਕੀ ਕਰ ਬੈਠਾ? ਜਿਹੜੇ ਸੈਂਕੜੇ ਲੋਕ ਤੈਨੂੰ ਹਿੰਦੁਸਤਾਨ ਦੇ ਵਿੱਚ, ਇੰਡੀਆ ਵਿੱਚ ਦਿੱਤੇ ਹੋਏ ਆ, ਜਿਹੜੇ ਤੇਰੇ ਤੇ ਭਰੋਸਾ ਰੱਖਦੇ ਵੀ ਇਹੀ ਸਾਨੂੰ ਰੱਬ ਨਾਲ ਮਿਲਾਈ ਰੱਖੂਗਾ, ਤੂੰ ਉਹਨਾਂ ਸਾਰਿਆਂ ਨੂੰ ਪਿੱਛੇ ਪਾ ਕੇ ਔਰ ਤੂੰ ਇੱਥੇ ਅਮਰੀਕਾ ਵਿੱਚ ਸੈੱਟ ਹੋਣ ਦਾ ਪ੍ਰੋਗਰਾਮ ਬਣਾ ਲਿਆ, ਪਰਿਵਾਰ ਨੂੰ ਸੈੱਟ ਕਰਨ ਦਾ ਪ੍ਰੋਗਰਾਮ ਬਣਾ ਲਿਆ। ਤੇ ਮੇਰਾ ਮਨ ਇਹਦਾ ਬੜਾ ਬੈਠ ਗਿਆ। ਮੈਂ ਕਿਹਾ ਗੱਲ ਤਾਂ ਠੀਕ ਹੈ। ਮੈਂ ਆਪਣੇ ਭਰਾ ਨੂੰ ਕਿਹਾ ਭਾਈ ਮੈਂ ਤਾਂ ਨਹੀਂ ਇੱਥੇ ਰਹਿਣਾ। ਤੇ ਮੇਰੇ ਭਰਾ ਨੇ ਬੜੀ ਇਦਾਂ ਗੁੱਸੇ ਦੇ ਨਾਲ ਮੈਨੂੰ ਅਪ ਸ਼ਬਦ ਬੋਲੇ ਵੀ ਕਹਿੰਦਾ ਤੇਰੇ ਕਹਿਣ ਤੇ ਤਾਂ ਅਸੀਂ ਗੱਲ ਚਲਾਈ ਸੀ ਤੇਰੇ ਪੱਕੇ ਹੋਣ ਦੀ, ਹੁਣ ਤੂੰ ਆਪੇ ਮੁੱਕਰਦਾ। ਉਹ ਮੇਰੇ ਨਾਲ ਗੁੱਸੇ ਹੋ ਗਿਆ। ਇੱਕ ਦਿਨ ਆਇਆ ਕੰਮ ਤੋਂ ਤੇ ਮੈਂ ਉਹਨੂੰ ਬਿਠਾਇਆ ਭਾਈ ਨੂੰ, ਮੈਂ ਕਿਹਾ ਭਾਈ ਮੇਰੀ ਗੱਲ ਸੁਣ ਲਓ ਧਿਆਨ ਦੇ ਨਾਲ, ਜੇ ਤੁਸੀਂ ਮਰ ਜਾਂਦੇ ਨਾ ਤੇ ਤੁਹਾਡੇ ਤੋਂ ਰੱਬ ਨੇ ਤੁਹਾਡੀ ਹੀ ਆਤਮਾ ਦਾ ਹਿਸਾਬ ਮੰਗਣਾ, ਤੇ ਜਦੋਂ ਮੈਂ ਮਰਨਾ ਨਾ ਤੇ ਜਿੰਨਿਆਂ ਨੂੰ ਤੌਬਾ ਕਰਾਈ ਬਪਤਿਸਮਾ ਦਵਾਇਆ ਆ ਉਹਨਾਂ ਸਾਰਿਆਂ ਦੀਆਂ ਜਾਨਾਂ ਦਾ ਲੇਖਾ ਮੈਨੂੰ ਦੇਣਾ ਕਹਿਣਾ। ਉਹਦੇ ਅੰਦਰ ਡਰ ਆ ਗਿਆ। ਕਹਿੰਦਾ ਜੇ ਇਹ ਗੱਲ ਹੈ ਤੇ ਭਾਈ ਤੂੰ ਜਾਣਾ ਚਾਹੁੰਦਾ ਤਾਂ ਚੱਲ ਜਾ, ਏਦਾਂ ਨਾ ਹੋਵੇ ਕਿ ਤੈਨੂੰ ਮੈਂ ਇੱਥੇ ਜ਼ਬਰਦਸਤੀ ਅਮਰੀਕਾ 'ਚ ਰੱਖਣਾ ਚਾਹਾਂ ਤੇ ਕੋਈ ਮੇਰਾ ਹੀ ਨੁਕਸਾਨ ਹੋ ਜਾਏ।
सो उन्होंने कहता भी तुसी जा सकते। उस रात फिर प्रभु ने मेरे नाल गल की और प्रभु ने फिर मैंने दस्या आ सेवा आ। और उस सेवा तो बाद फिर मैं जो देखा भी यही बाइबल मैं 20 सालों तो पढ़ता आ रहा, पादरियां तक नूं भी प्रचार करता आ रहा हाँ, और एक टीचर के तौर पर मैं इस्तेमाल होंदा आया हाँ। ते आ जिहड़े वचन हुण फिर दोबारा मैं जो पढ़ रहा हाँ, ते जिहड़ा पहला मेरे को प्रकाश सीगा ये कुछ होर ही बोल रहे हैं। ते जेकर यही सच्चा प्रचार आ ते फिर दुनिया में किते ना किते तो ये ना मिलदियां गल्लां कोई करदा ही होगा। मैं कोई रब का ज्यादा ही बल्ला तो नहीं कि मेरे को ही खालस प्रचार पहुंचाना है। दुनिया में बड़े रब के भगत आ, बड़े सिद्ध पुरख है, बड़े पास्टर है जिहड़े बड़े अधीनगी का जीवन जींदे आ, उन्हां को प्रकाश होगा जे प्रभु वालों आ ते सच्चाई चाहे कुछ लोगों में होवे होगी जरूर। हालेलुया हालेलुया। ये सच प्रभु वालों आ ते ज्यादा लोग भावें ना अपनाउण पर थोड़े लोग उन्होंने अपनाउणगे जरूर। सो मैं उत्थे जब मैंने समझ ना आया ये गल इदां दा प्रकाश मैं घबरा गया ते मैं कहा हुण इहदे नाल मैचिंग मैं कित्थों देखा कि मैं यूट्यूब ते उन्हां दिनां दे विच यूट्यूब ते बहुत घट प्रचार हुंदे सीगे ते मैं यूट्यूब ते भरिया कि बाइबल स्टडी इन हिंदी, क्योंकि मैं अंग्रेजी च कमजोर सीगा ते मैं उत्ते भरिया ते वो काफी क्लिप निकल आए पर निकले सारे गोरियां दे, अपने इंडियन बहुत घट सीगे ते इंडियन एक क्लिप निकलिया वो इदा चिट्टी जी लोई ली हुई पादरी ने ते टोपी सिर ते रखी हुई बुजुर्ग जिहा ते ओहदा मैं क्लिप इदा देख के ते नाल ही गां तान चकता। मैं कहा ये बुढ़े नूं की चा चढ़िया सी यूट्यूब ते चढ़ाउंदा अपने आप नूं। इत्थे तो होना चाहिए कोई कोट पैंट पाया होवे, टाई शाई लाई होवे, जिहदा क्लिप की फोटो देख के अगला की करे देखण दा मन करे उन्हें सुनने दा। ते मैं उन्हें तां नंगाता लभदा रहा पर नहीं लभ्या। फिर मैं थल्ले लिया ते उसे बुढ़े नूं मैं फिर दोबारा सुनिया। हालेलुया। 5 मिनट मैं उन्हें सुनिया ते मेरे आ कान जिहड़े सी लाल हो गए। और मेरा भरा उत्थे रसोइयां ओपन ही होंदियां घरां दे विच और रसोई च काम कर रहा सी। मैं कहा भाजी इधर आओ आ देखो बुजुर्ग पास्टर किदां दीयां गल्लां करन दिया। वो मेरे को बैठा ते उन्होंने बैठा ते थोड़ी देर उन्होंने मैं सुनिया ते मैनूं घर दे विच लाला जी कहंदे, मेरा नाम लाला जी घर दा नाम, तो कहंदे लाला जी आहा या सच। हालेलुया हालेलुया। सो वो पास्टर का भी नाम मैं तुहानूं नहीं दसूंगा क्योंकि साडे पास्टरां दे नाल कोई लेना देना नहीं, साडा किसी नाम दे नाल लेना देना नहीं। हालेलुया। पर उस दास दे उतों सुने हुए वचन नाल मैनूं तसल्ली हो गई। जो प्रकाश मैनूं मेरे परमेश्वर ने दिता आ ये सच्चाई आ। हालेलुया। सो उस तो बाद फिर मैं काला पै गया अपने इंडिया दे विच आके कि मैं अपने जिहड़ी कलीसिया आ उहदे विच ये सच सुणावां। ते कलीसिया दे विच मैं चर्च च पहले दिन जदों आके बोलिया ते मैं पहले कहता भाई इस चर्च दे विच हुण ओहो ही भैण भरा आउणगे जिन्हां नूं मुक्ति दी लोड़ आ। कादी लोड़ है जी? मुक्ति दी लोड़ आ। सो जेडे कल्ले चंगाइयां चमत्कार चाहुंदे आसे पासे बहुत चर्च आ जिथे मर्जी जाओ। हालेलुया। उस तो बाद की होया समा पिया, समा पैंदे पैंदे बंदियां होंदियां रहियां, ऐतवार आउंदे रहे, लोकी जांदे रहे, चर्च च बबल घटदी रही। एक पासे दुख भी होया, लोग घटते जा रहे, सच नूं सुनने वाले है ही नहीं। एक पासे ये भी तसल्ली हुई लाए भी तो चंगाइयां ते तू ही होए सी। हालेलुया। सो निकल गए थोड़े जे लोग उत्थे रह गए गिनती ने, पर असी अपने परिवार दे नाल मिल के ये मन बना लिया ये सच हुण छड्डना नहीं, दुनिया भावें सारी छड़ जाए। हालेलुया हालेलुया। सो लोग करते रहे असी भी ये सच जिहड़ा सीगा लोगों तक सुणाउंदे रहे। फिर लोग आउंदे रहे ते अज तक आई जांदे आ। हालेलुया हालेलुया। अमरीका दे विच भी चर्च स्थापित हो गया। हालेलुया। सो
ਉਹ ਹੀ ਭਵਨ ਜਿਹੜਾ ਖਾਲੀ ਹੋ ਗਿਆ ਸੀ, ਇਸ ਟਾਈਮ ਖੁਦਾ ਨੇ ਸੱਚਾਈ ਸੁਣਨ ਵਾਲਿਆਂ ਦੇ ਨਾਲ ਭਰ ਦਿੱਤਾ। ਹਾਲੇਲੂਇਆ। ਔਰ ਇੱਕ ਖਾਸ ਗੱਲ ਮੈਂ ਹੋਰ ਦੱਸਣਾ ਚਾਹੁੰਦਾ ਆ, ਉਸ ਤੋਂ ਬਾਅਦ ਕੁਝ ਤਸਵੀਰਾਂ ਦੇ ਰਾਹੀਂ ਅਸੀਂ ਸਮਝਾਂਗੇ ਵਚਨ ਨੂੰ ਕਿ ਇਹ ਜਿਹੜਾ ਵਚਨ ਤੁਹਾਡੇ ਨਾਲ ਮੈਂ ਸਾਂਝਾ ਕਰਨ ਜਾ ਰਿਹਾ ਆ, ਇਹਨੂੰ ਕੈਨੇਡਾ ਦੇ ਵਿੱਚ ਜਦੋਂ ਮੈਂ ਸਾਂਝਾ ਕਰਨ ਗਿਆ ਨਾ, ਤੇ ਕੈਨੇਡਾ ਵਿੱਚ ਮੇਰੇ ਭਾਈ ਇਕਬਾਲ ਗਿੱਲ ਆ, ਤੁਹਾਡੇ ਕਾਫੀ ਲੋਕ ਜਾਣਦੇ ਹੋਣ ਉਹਨਾਂ ਨੂੰ, ਅਮਰੀਕਾ ਦੇ ਵਿੱਚ। ਔਰ ਉਹ ਕੈਨੇਡਾ ਦੇ ਵਿੱਚ ਗਏ ਸੀ ਤੇ ਇੱਕ ਪਾਸਟਰ ਵਿਸ਼ਾਲ ਰੰਗਾ ਨਾਮ ਦਾ ਪਾਸਟਰ ਹੈ ਕੈਨੇਡਾ ਵਿੱਚ, ਬਹੁਤ ਵੱਡੀ ਉਹਨਾਂ ਕੋਲ ਕਲੀਸਿਆ। ਔਰ ਉਹ ਉਹਨਾਂ ਨੂੰ ਇਕਬਾਲ ਜੀ ਨੂੰ ਵਿੱਚ ਸਾਦੇ ਸੀ ਤੇ ਮੈਂ ਉੱਥੇ ਅਮਰੀਕਾ ਗਿਆ ਹੋਇਆ ਸੀ ਤੇ ਮੈਂ ਕੈਨੇਡਾ ਵੀ ਜਾਣਾ ਸੀਗਾ। ਤੇ ਉਹ ਮੇਰੇ ਭਾਈ ਇਕਬਾਲ ਜੀ ਉਹਨਾਂ ਨੂੰ ਕਹਿੰਦੇ ਖੁਦਾ ਦੇ ਦਾਸ ਨੂੰ ਵੀ ਮੇਰੇ ਭਾਈ ਇੱਥੇ ਆਏ ਹੋਏ ਆ, ਆਪਣੇ ਚਰਚ 'ਚ ਉਹਨਾਂ ਨੂੰ ਵੀ ਤੁਸੀਂ ਜ਼ਰੂਰ ਟਾਈਮ ਦਿਓ। ਸੋ ਉਹ ਜ਼ਿਆਦਾ ਇਕਬਾਲ ਜੀ ਨੂੰ ਚਾਹੁੰਦੇ ਸੀਗੇ। ਤੇ ਮੈਂ ਜਦੋਂ ਚਲਾ ਗਿਆ ਉਹਨਾਂ ਦੇ ਚਰਚ ਦੇ ਵਿੱਚ, ਸੁਣਨ ਵਾਲੀਆਂ ਗੱਲਾਂ ਹੈ ਜੀ, ਹਾਲੇਲੂਇਆ। ਜਦੋਂ ਮੈਂ ਚਲਾ ਗਿਆ ਉਹਨਾਂ ਦੇ ਚਰਚ ਵਿੱਚ ਤੇ ਚਰਚ ਵਿੱਚ ਪਿੱਛੇ ਜਾ ਕੇ ਬਹਿ ਗਿਆ ਤੇ ਉਹਨਾਂ ਨੇ ਮੈਨੂੰ ਦੇਖ ਲਿਆ, ਪਛਾਣ ਲਿਆ ਵੀ ਇਕਬਾਲ ਦਾ ਭਰਾ ਆਇਆ, ਪਰ ਮੈਨੂੰ ਕੋਈ ਤਵੱਜੋ ਦਿੱਤੀ ਨਹੀਂ। ਉਹਨਾਂ ਨੇ 13-14 ਗੀਤ ਗਾਏ। ਉਸ ਤੋਂ ਬਾਅਦ ਜਿਹੜਾ ਉਹਨਾਂ ਦੇ ਹੋਰ ਇੱਕ ਵੱਡਾ ਚਰਚ ਬਣ ਰਿਹਾ ਸੀਗਾ, ਉਹਦੀ ਇਦਾਂ ਸਕਰੀਨ ਤੇ ਉਹਦੀ ਵੀਡੀਓ ਦਿਖਾਈ, ਉਹਦੇ ਬਾਰੇ ਦੱਸਿਆ ਵੀ ਇਦਾਂ ਆਹ ਸਹੂਲਤਾਂ ਇਹਦੇ ਵਿੱਚ ਫਲਾਣਾ ਫਲਾਣਾ ਫਲਾਣਾ, ਇਦਾਂ ਹੀ ਟਾਈਮ ਸਾਰਾ ਉਹਨਾਂ ਨੇ ਖਤਮ ਕਰਤਾ। ਤੇ ਉੱਥੇ ਵੱਧ ਤੋਂ ਵੱਧ ਟਾਈਮ ਜਿਹੜਾ ਚਰਚਾਂ ਦਾ ਹੁੰਦਾ 2 ਘੰਟੇ ਦਾ ਹੁੰਦਾ, 2 ਘੰਟੇ ਤੋਂ ਬਾਅਦ ਚਰਚ ਖਾਲੀ ਕਰਨਾ ਹੁੰਦਾ। ਜਦੋਂ ਰਹਿ ਗਏ ਉਹਨਾਂ ਦੇ ਕੋਲ ਥੋੜਾ ਜਿਹਾ ਟਾਈਮ, ਆਖਰੀ ਟਾਈਮ ਤੇ ਮੈਨੂੰ ਟਾਈਮ ਦਿੱਤਾ। ਕਹਿੰਦੇ ਹੈਰੀ ਜੀ ਆਏ ਹੋਏ ਆ ਤੇ ਅਸੀਂ ਇਕਬਾਲ ਜੀ ਦੇ ਭਰਾ ਆਏ ਆ ਤੇ ਇਹਨਾਂ ਦੇ ਕੋਲੋਂ ਅਸੀਂ ਪ੍ਰਭੂ ਦਾ ਵਚਨ ਸੁਣਾਂਗੇ, ਨਾਲ ਇਹ ਗਾਉਂਦੇ ਬਹੁਤ ਵਧੀਆ ਆ, 2 ਭਜਨ ਵੀ ਸੁਣਾਂਗੇ ਤੇ 15 ਮਿੰਟ ਲਈ ਵਚਨ ਸੁਣਾਂਗੇ। ਕਿੰਨੇ ਮਿੰਟ ਦੇ ਵੀ ਬੋਲੋ, ਉਹ ਸਾਰੇ ਬੋਲੋ। ਆ ਪਿਛਲੇ ਦਿਨ ਨਹੀਂ ਸੁਣੀ ਆਵਾਜ਼ ਨੂੰ। ਕਿੰਨੇ ਮਿੰਟ ਲਈ? 15 ਮਿੰਟ ਲਈ। ਕਹਿੰਦੇ 15 ਮਿੰਟ ਦੇ ਵਚਨ ਸੁਣਾਂਗੇ, 2 ਭਜਨ ਵੀ ਇਹਨਾਂ ਕੋਲ ਸੁਣਾਂਗੇ। ਤੇ ਮੈਂ ਸਟੇਜ ਵੱਲ ਨੂੰ ਜਾਂਦੇ ਜਾਂਦੇ ਪਾਸਟਰ ਨੂੰ ਕਿਹਾ, ਪਾਸਟਰ ਜੀ ਜੇ ਮੈਂ ਗੀਤ ਨਾ ਗਾਵਾਂ ਤੇ ਕਿੰਨਾ ਟਾਈਮ ਮਿਲ ਜੂ? ਕਹਿੰਦੇ ਫਿਰ ਤੁਸੀਂ ਪੌਣਾ ਘੰਟਾ ਲਾ ਲਓ। ਤੇ ਮੈਂ ਕਿਹਾ ਠੀਕ ਹੈ, ਮੈਂ ਗੀਤ ਨਹੀਂ ਗਾਉਣਾ। ਹਾਲੇਲੂਇਆ। ਸੋ ਇਹੀ ਵਿਸ਼ਾ ਸੀਗਾ ਜਿਹੜਾ ਹੁਣ ਆਪਾਂ ਦੇਖਣਾ। ਲਾ ਦਿਓ ਜੀ। ਤੇ ਮੈਂ ਉਸ ਜਗ੍ਹਾ ਤੇ ਜਦੋਂ ਉਹ ਵਚਨ ਸੁਣਾਉਣਾ ਸ਼ੁਰੂ ਕੀਤਾ, ਸੁਣਨ ਤੋਂ ਥੋੜੀ ਦੇਰ ਬਾਅਦ ਸਾਰਿਆਂ ਨੇ ਅੱਖਾਂ ਭਰ ਲਈਆਂ, ਰੋਣਾ ਸ਼ੁਰੂ ਹੋ ਗਏ। ਵਿੱਚੋਂ ਕੁਝ ਭੈਣ ਭਰਾ ਨੇ ਹੌਕੇ ਲੈ ਲੈ ਕੇ ਰੋਣਾ ਸ਼ੁਰੂ ਕਰਤਾ। ਮੈਂ ਵਚਨ ਸੁਣਾਉਂਦਾ ਥੋੜਾ ਡਿਸਟਰਬ ਹੋ ਰਿਹਾ ਸੀ ਉਹਨਾਂ ਦੇ ਰੋਣੇ ਧੋਣੇ ਤੋਂ, ਕਿਉਂਕਿ ਆਤਮਾ ਦੀ ਅੱਗ ਜਿਹੜੀ ਸੀ ਨਾ ਉਹਨਾਂ ਦੇ ਵਿੱਚ ਕੰਮ ਕਰ ਰਹੀ ਸੀ। ਹਾਲੇਲੂਇਆ। ਸੋ ਮੈਂ ਚਾਹੇ ਜਿੰਨਾ ਵੀ ਅਭਿਸ਼ੇਕ ਦੇ ਵਿੱਚ ਹੋ ਕੇ ਉੱਥੇ ਵਚਨ ਦੇ ਰਿਹਾ ਸੀਗਾ, ਨਾਲ ਮੈਂ ਇਹ ਵੀ ਧਿਆਨ ਰੱਖਿਆ ਹੋਇਆ ਸੀਗਾ ਕਿ ਪੂਰੇ ਪੌਣੇ ਘੰਟੇ ਤੇ ਵਚਨ ਛੱਡਣਾ ਵੀ ਆ। ਜਦੋਂ ਪੌਣਾ ਘੰਟਾ ਹੋਣ ਵਾਲਾ ਹੋਇਆ, 2 ਮਿੰਟ ਰਹਿ ਗਏ ਤੇ ਮੈਂ ਕਿਹਾ ਜੀ ਹੁਣ ਸਾਨੂੰ ਇੱਥੇ ਛੱਡਣਾ ਪਊਗਾ, ਇਹ ਵਿਸ਼ੇ ਨੂੰ ਅਸੀਂ ਇਸ ਜਗ੍ਹਾ ਤੇ ਪੂਰਾ ਨਹੀਂ ਕਰ ਸਕੇ। ਸੋ ਖੁਦਾ ਦੇ ਦਾਸ ਵਿੱਚੋਂ ਉੱਠੇ, ਕਹਿੰਦੇ ਜੀ ਲੱਗੇ ਰਹੋ। ਹਾਲੇਲੂਇਆ। ਵਿੱਚੋਂ ਕਲੀਸਿਆ ਵੀ ਬੋਲ ਉੱਠੇ, ਕਹਿੰਦੇ ਲੱਗੇ ਰਹੋ। ਫਿਰ ਅੱਗੇ ਪੌਣਾ ਘੰਟਾ ਹੋਰ ਲਾਤਾ, 1.5 ਘੰਟਾ ਲਾਤਾ ਜੀ। 1.5 ਘੰਟਾ ਹੋ ਗਿਆ ਤੇ ਮੈਂ ਇੱਕ ਵਾਰੀ ਫਿਰ ਕਹਿਤਾ ਜੀ ਲੱਗਦਾ ਆਪਣੇ ਕੋਈ ਵਿਸ਼ਾ ਨਹੀਂ ਪੂਰਾ ਹੋਣਾ, ਪਰ ਹੁਣ ਸਮੇਂ ਦੀ ਪਾਬੰਦੀ ਆ। ਖੁਦਾ ਦਾ ਦਾਸ ਰੋਂਦਾ ਹੋਇਆ ਕਹਿੰਦਾ ਬੋਲੀ ਜਾਓ ਜੀ। ਹਾਲੇਲੂਇਆ। ਹਾਲੇਲੂਇਆ। ਸੋ ਕਹਿਣ ਦਾ ਮਤਲਬ 2.25 ਘੰਟੇ ਉੱਥੇ ਪ੍ਰਚਾਰ ਕੀਤਾ। ਕੈਨੇਡਾ ਦੇ ਚਰਚਾਂ ਦਾ ਇਹ ਇਤਿਹਾਸ ਆ, ਕਦੀ ਕਿਸੇ ਚਰਚ ਦੇ ਵਿੱਚ 2.25 ਘੰਟੇ ਪ੍ਰਚਾਰ ਹੋਇਆ ਨਹੀਂ। ਹਾਲੇਲੂਇਆ। ਪਰ ਇੱਥੇ ਮੈਂ 2.25 ਘੰਟੇ ਨਹੀਂ ਜੀ ਕਰਨਾ। ਹਾਲੇਲੂਇਆ। ਇੱਥੇ ਥੋੜੀ ਜੀ ਗੱਲ ਦੇ ਵਿੱਚੋਂ ਦੀ ਆਪਾਂ ਇਹਨੂੰ ਸਮਝਣ ਦੀ ਕੋਸ਼ਿਸ਼ ਕਰਨੀ ਆ। ਬਸ ਤੁਸੀਂ ਆਪਣਾ ਮਨ ਖੋਲ ਕੇ ਰੱਖਣਾ ਆ, ਧਿਆਨ ਦੇ ਨਾਲ ਸੁਣਨਾ ਆ ਕਿ ਪ੍ਰਭੂ ਦੀ ਇੱਛਾ ਸਾਡੇ ਲਈ ਕੀ ਆ। ਵਿਸ਼ਾ ਸਾਡਾ ਆ ਨਵਾਂ ਜਨਮ। ਕੀ ਆ ਜੀ? ਨਵਾਂ ਜਨਮ। ਇੱਕ ਵਚਨ ਪੜ੍ਹ ਲੈਨੇ, ਯਹੋਨਾ ਦੀ ਇੰਜੀਲ 3 ਅਧਿਆਇ ਦੀ 3 ਆਇਤ। ਇਹਦਾ ਕਰਕੇ ਉਹ ਫਿੱਕਾ ਦਿਸਦਾ ਨਾ, ਇਹ ਤੋਂ ਬਗੈਰ ਵੀ ਵੀਡੀਓ ਬਣ ਸਕਦੀ ਹੈ ਕਿਦਾਂ? ਹਾਂ ਕੋਈ ਗੱਲ ਨਹੀਂ, ਮੇਰਾ ਮੂੰਹ ਕਾਲਾ ਆ ਜਾਊਗਾ, ਕੋਈ ਸਮੱਸਿਆ ਨਹੀਂ। ਹਾਂ ਆ ਸਹੀ ਦਿਸਣਾ ਚਾਹੀਦਾ। ਦਿਸਦਾ ਜੀ ਸਾਰਿਆਂ ਨੂੰ? ਪਿੱਛੇ ਦਿਸਦਾ ਸਾਰਿਆਂ ਨੂੰ?
अजे भी ਤੁਹਾਡੇ ਕੋਲ ਮੌਕਾ ਕੁਝ ਖਾਲੀ ਤਾਂ ਹੈਗੀ, ਅੱਗੇ ਆ ਜਾਓ, ਮੈਂ 2 ਮਿੰਟ ਤੁਹਾਨੂੰ ਦੇ ਦੇਣਾ। ਬਾਅਦ ਚ ਪਛਤਾਓਗੇ। ਇੱਥੋਂ ਦੀ ਗੱਲ ਤੁਹਾਨੂੰ ਦਿਸਣੀ ਚਾਹੀਦੀ ਆ, ਕਿਉਂਕਿ ਅੱਜ ਵਚਨ ਆਪਾਂ ਸੁਣਨਾ ਵੀ ਆ ਤੇ ਦੇਖਣਾ ਵੀ ਆ। ਹਾਲੇਲੂਇਆ, ਬੋਲੋ ਹਾਲੇਲੂਇਆ, हालेलुया। पढ़िए कोई अगर वचन पढ़ सकता है। यीशु ने ਉਹਨੂੰ ਉੱਤਰ ਦਿੱਤਾ, यीशु ने ਉਹਨੂੰ ਉੱਤਰ ਦਿੱਤਾ, ਮੈਂ ਤੈਨੂੰ ਸੱਚ ਸੱਚ ਆਖਦਾ ਹਾਂ, ਮੈਂ ਤੈਨੂੰ ਸੱਚ ਸੱਚ ਆਖਦਾ ਹਾਂ ਕਿ ਕੋਈ ਮਨੁੱਖ ਜੇਕਰ ਨਵੇਂ ਸਿਰਿਓਂ ਨਾ ਜੰਮੇ, ਕੋਈ ਮਨੁੱਖ ਜੇਕਰ ਨਵੇਂ ਸਿਰਿਓਂ ਨਾ ਜੰਮੇ, ਪਰਮੇਸ਼ਵਰ ਦੇ ਰਾਜ ਨੂੰ ਵੇਖ ਨਹੀਂ ਸਕਦਾ। ਪਰਮੇਸ਼ਵਰ ਦੇ ਰਾਜ ਨੂੰ ਦੇਖ ਨਹੀਂ ਸਕਦਾ। ਕੋਈ ਮਨੁੱਖ ਨਵੇਂ ਸਿਰਿਓਂ ਨਾ ਜੰਮੇ। ਹਾਲੇਲੂਇਆ। ਇਹਦਾ ਮਤਲਬ ਆ ਸਾਨੂੰ ਨਵਾਂ ਜਨਮ ਹੋਣਾ ਬਹੁਤ ਜ਼ਰੂਰੀ। ਔਰ ਯਿਸੂ ਜੀ ਕਹਿੰਦਾ ਕੀ ਹੈ ਗੱਲ, ਉਹਦੇ ਨਹੀਂ ਕਹਿੰਦਾ ਮੈਂ ਤੈਨੂੰ ਕਹਿੰਦਾ ਆ ਨਵਾਂ ਜਨਮ ਹੋਣਾ ਜ਼ਰੂਰੀ ਆ, ਨਾ, ਕਹਿੰਦਾ ਮੈਂ ਤੈਨੂੰ ਸੱਚ ਸੱਚ ਆਖਦਾ। ਕਿੰਨੀ ਵਾਰੀ ਸੱਚ, ਕਿੰਨੀ ਵਾਰੀ ਸੱਚ ਵੀ? 2 ਵਾਰੀ। ਇਹਦਾ ਮਤਲਬ ਉਸ ਗੱਲ ਤੇ ਬਹੁਤ ਜ਼ੋਰ ਦਿੱਤਾ ਗਿਆ ਆ। ਜੇ ਯਿਸੂ ਕਿਸੇ ਗੱਲ ਤੇ ਜ਼ੋਰ ਦਵੇ ਤਾਂ ਸਾਡੇ ਲਈ ਕਿੰਨੀ ਮਹੱਤਵਪੂਰਨ ਹੋ ਸਕਦੀ ਹੈ। ਹਾਲੇਲੂਇਆ, ਹਾਲੇਲੂਇਆ। तो यीशु मसीह ने कहा मैं तेन सच सच आखदा आ, जेकर कोई जन नवें सिरों ना जमे परमेश्वर के राज को देख नहीं सकता। एक वचन असीं होर पढ़ांगे, पहला थिस्सलुनीके 5 अध्याय उसदी 23 आयत। फिर आपां वचन वाल नूं चले जावांगे जल्दी जल्दी। काश कि जगराते वांगू आपां नूं सारी रात बैठण दा मन हुंदा। हालेलुया। नहीं नहीं, मैं बैठने लिए नहीं कहता, मैं काश कहना नाल। हालेलुया। आ जाओ पहला थिस्सलुनीके 5 अध्याय 23 आयत। ਅਤੇ ਸ਼ਾਂਤੀ ਦਾਤਾ ਪਰਮੇਸ਼ਰ ਆਪੇ ਤੁਹਾਨੂੰ ਪੂਰੀ ਤਰ੍ਹਾਂ ਪਵਿੱਤਰ ਕਰੇ। ਸ਼ਾਂਤੀ ਦਾਤਾ ਪਰਮੇਸ਼ਰ ਆਪੇ ਹੀ ਤੁਹਾਨੂੰ ਕਿੰਨੀ ਤਰ੍ਹਾਂ ਪਵਿੱਤਰ ਕਰੇ? ਪੂਰੀ ਤਰ੍ਹਾਂ ਪਵਿੱਤਰ ਕਰੇ। ਔਰ ਤੁਹਾਡਾ ਆਤਮਾ, ਤੁਹਾਡਾ ਆਤਮਾ ਅਤੇ ਜੀਵ, ਤੁਹਾਡਾ ਜੀਵ ਅਤੇ ਸਰੀਰ ਸਾਡੇ ਪ੍ਰਭੂ ਯਿਸੂ ਮਸੀਹ ਦੇ ਆਉਣ ਦੇ ਵੇਲੇ ਦੋਸ਼ ਰਹਿਤ ਸੰਪੂਰਨ ਬਚਿਆ ਰਹੇ। ਹਾਲੇਲੂਇਆ। ਕੀ ਕੀ ਆ ਸਾਡੇ ਕੋਲ? शरीर, प्राण ते आत्मा। इत्थे दास की कह रहा है? यीशु दे आउण तो पहला पहला तुहाडा शरीर, प्राण और आत्मा दोष रहित संपूर्ण बचिया रहे। कदों तक भाई? कितना टाइम विच? यीशु दे आउण तो पहला पहला ਤੁਹਾਡਾ ਸ਼ਰੀਰ, ਪ੍ਰਾਣ ਤੇ ਆਤਮਾ ਬਚਿਆ ਰਹੇ। ਇਹਦਾ ਮਤਲਬ ਆ ਮੇਰਾ ਸ਼ਰੀਰ, ਪ੍ਰਾਣ, ਆਤਮਾ ਬਚਿਆ ਹੋਇਆ ਨਹੀਂ, ਇਹਨੇ ਬਚਣਾ ਆ। ਇਹਨੂੰ ਪੈ ਗਈ ਹੋਈ ਮੈਲ ਪਾਪ ਦੀ। ਔਰ ਪਾਪ ਦੀ ਮੈਲ ਨੂੰ ਕਿੱਥੋਂ ਤੱਕ ਪਈ ਆ? ਸ਼ਰੀਰ ਤੋਂ ਲੈ ਕੇ, ਪ੍ਰਾਣ ਤੋਂ ਲੈ ਕੇ ਮੇਰੀ ਆਤਮਾ ਤੱਕ ਮੈਲ ਪਈ ਹੋਈ ਆ। ਹਾਲੇਲੂਇਆ। इसका मतलब फिर मैनू जेकर इस मैल नूं साफ करना है तो मैनू पता लाना पऊगा मेरे शरीर च पाप की मैल किद्दां आ ते कित्थे आ। फिर सवाईओ फिर मेरे प्राण दे विच पाप की मैल किद्दां आ ते कित्थे आ, पता लगू ते साफ हो। फिर मेरी आत्मा विच पाप की मैल किद्दां आ ते कित्थे आ, पता लगू ते साफ हो। पर अपने को अजे टाइम ही नहीं पता लाउण दा। आपां तां कहने आ गिट्टा ठीक हो जाए, गोडा ठीक हो जाए, मोढा ठीक हो जाए, वीजा लग जाए, घर बन जाए ते जॉब मिल जाए। शरीर चो पाप जावे चाहे ना जावे, प्राण चो पाप जावे चाहे ना जावे, आत्मा शुद्ध होवे चाहे ना होवे, मेरा वीजा लग जाए, मेरे गोडे मोडे ठीक हो जाए ताकि मैं डट के पाप कर सका, पूरी शक्ति मेरा पाप कर सका। आ हाल अज कलीसिया दा है। ते पादरियां ने तो बिजनेस का सिस्टम बनाया होया, उन्होंने ना शरीर, प्राण, आत्मा दा बारे प्रकाश आ ते ना ही वो इहदे बारे दसना चाहुंदे आ।
ਹਾਲੇਲੂਇਆ। ਸੋ ਅੱਜ ਮੈਂ ਤੁਹਾਡੇ ਨਾਲ ਇੱਕ ਸਵਾਲ ਕਰਦਾ ਹਾਂ। ਮੰਨ ਲਓ ਇੱਥੇ ਲਿਖਿਆ ਕਿ ਯਿਸੂ ਦੇ ਆਉਣ ਤੋਂ ਪਹਿਲਾਂ ਪਹਿਲਾਂ ਤੁਹਾਡਾ ਸਰੀਰ, ਪ੍ਰਾਣ, ਆਤਮਾ ਕੀ ਹੋਣਾ ਚਾਹੀਦਾ? ਸ਼ੁੱਧ ਹੋਣਾ ਚਾਹੀਦਾ, ਯਿਸੂ ਦੇ ਆਉਣ ਤੋਂ ਪਹਿਲਾਂ। ਤੇ ਯਿਸੂ ਦੇ ਆਉਣ ਦੇ ਬਾਰੇ ਅੱਜ ਕਲੀਸਿਆ ਵਿੱਚ ਰੌਲਾ ਕੀ ਪਿਆ ਹੋਇਆ? ਯਿਸੂ ਦੀ ਆਮਦ ਕਿੱਥੇ ਆ? ਕਿੱਥੇ ਆ? ਕਿੱਥੇ ਆ ਬਈ? ਬੂਹੇ ਤੇ ਆ, ਸਿਰ ਤੇ ਆ। ਇਹਦਾ ਮਤਲਬ ਯਿਸੂ ਦੀ ਆਮਦ ਕਿਸੇ ਟਾਈਮ ਵੀ ਹੋ ਸਕਦੀ ਹੈ। ਹਾਲੇਲੂਇਆ। ਤੇ ਮੰਨ ਲਓ ਅੱਜ ਰਾਤ ਹੀ ਯਿਸੂ ਮਸੀਹ ਦੀ ਆਮਦ ਹੋ ਜਾਂਦੀ ਤੇ ਸਾਡੇ ਚ ਇੱਥੇ ਕੋਈ ਬੈਠਾ ਹੈ ਜਿਹੜਾ ਇਹ ਸੋਚਦਾ ਹੋਵੇ ਕਿ ਮੈਂ ਚੱਕ ਲਿਆ ਜਾਊਂ, ਮੇਰਾ ਰੈਪਚਰ ਹੋ ਜਾਊ, ਮੈਂ ਯਿਸੂ ਨਾਲ ਬੱਦਲਾਂ ਤੇ ਉਠਾ ਲਿਆ ਜਾਊਂ? ਕੋਈ ਹੈ ਇੱਥੇ ਬੈਠਾ? ਕਿਉਂਕਿ ਜੇ ਹੁਣ ਤੁਸੀਂ ਇੱਥੇ ਬੈਠੇ ਝਾਤੀ ਮਾਰੋ ਆਪਣੇ ਵੱਲ ਨੂੰ ਤੇ ਨਾ ਸਾਨੂੰ ਸਰੀਰ ਦੇ ਪਾਪਾਂ ਬਾਰੇ ਗਿਆਨ, ਨਾ ਪ੍ਰਾਣ ਦੇ ਪਾਪਾਂ ਬਾਰੇ ਗਿਆਨ, ਨਾ ਆਤਮਾ ਦੇ ਪਾਪਾਂ ਬਾਰੇ ਗਿਆਨ, ਹਜੇ ਤੱਕ ਗਿਆਨ ਹੀ ਨਹੀਂ ਹੋਇਆ, ਛੁੱਟੇ ਕਿੱਥੋਂ ਆ? ਹਾਲੇਲੂਇਆ। ਉਹ ਬੋਲੋ ਹਾਲੇਲੂਇਆ। ਇਹਦਾ ਮਤਲਬ ਕੀ ਕਰਨਾ ਪੈਣਾ? ਫਿਰ ਛੁੱਟਣਾ ਪੈਣਾ ਨਾ। ਘਰ 'ਚ ਜਦੋਂ ਆਪਾਂ ਸਫਾਈ ਕਰਦੇ ਨਾ, ਜਿੱਥੇ ਜਿੱਥੇ ਕਚਰਾ ਦਿਸ ਜਾਂਦਾ, ਮੈਲ ਦਿਸ ਜਾਂਦੀ ਆ, ਆਪਾਂ ਉਹਨੂੰ ਕੀ ਕਰ ਦਿੰਦੇ ਆ? ਦਿਸੀ ਨੂੰ ਕੀ ਕਰ ਦਿੰਦੇ ਆ? ਦਿਸਦੀ ਸਾਫ਼ ਕਰਦੀ ਆਸਾਨ ਆ, ਪਰ ਜਿਹੜੀ ਦਿਸਦੀ ਨਹੀਂ, ਇਹਦਾ ਮਤਲਬ ਮੈਨੂੰ ਮੇਰੀਆਂ ਕਮੀਆਂ ਦਿਸਣੀਆਂ ਜ਼ਰੂਰੀ ਆ। ਜਿਹੜੀ ਮੇਰੇ ਸਰੀਰ 'ਚ ਆ, ਜਿਹੜੀਆਂ ਮੇਰੇ ਪ੍ਰਾਣ 'ਚ ਆ, ਜਿਹੜੀਆਂ ਮੇਰੀ ਆਤਮਾ ਵਿੱਚ ਆ, ਉਹ ਦਿਸਣੀਆਂ ਬਹੁਤ ਜ਼ਿਆਦੀਆਂ ਜ਼ਰੂਰੀ ਆ, ਫੇਰ ਹੀ ਤਾਂ ਨਿਕਲਣਗੀਆਂ। ਤੇ ਜੇ ਉਹ ਦਿਸੀਆਂ ਹੀ ਨਾ ਤੇ ਫਿਰ ਤਾਂ ਨਿਕਲ ਸਕਦੀਆਂ ਨਹੀਂ। ਆਓ ਤਸਵੀਰ ਵੱਲ ਚੱਲਦੇ ਹਾਂ। ਤੁਹਾਡਾ ਸਰੀਰ, ਪ੍ਰਾਣ, ਆਤਮਾ ਪ੍ਰਭੂ ਯਿਸੂ ਮਸੀਹ ਦੇ ਆਉਣ ਤੋਂ ਪਹਿਲਾਂ ਦੋਸ਼ ਰਹਿਤ ਸੰਪੂਰਨ ਬਚਿਆ ਰਹੇ। ਇਹਦੇ 'ਚ ਆਪਾਂ ਦੇਖਦੇ ਹਾਂ ਅਦਨ ਦੇ ਬਾਗ ਵਾਲਾ ਆਦਮ। ਕਿਉਂਕਿ ਜੇ ਸਰੀਰ, ਪ੍ਰਾਣ, ਆਤਮਾ ਨੂੰ ਸਹੀ ਤਰੀਕੇ ਨਾਲ ਸਮਝਣਾ ਤੇ ਆਪਾਂ ਵਿਚਲੇ ਕਿਸੇ ਨਬੀ ਨੂੰ, ਗੁਰੂ ਨੂੰ, ਪੀਰ ਨੂੰ ਜਾਂ ਕਿਸੇ ਪਹੁੰਚੇ ਹੋਏ ਕਿਸੇ ਬੰਦੇ ਨੂੰ ਵਿੱਚੋਂ ਲੈ ਕੇ ਚੱਲ ਸਕਦੇ ਨਹੀਂ। ਸਾਨੂੰ ਕੀ ਕਰਨਾ ਪਊਗਾ? ਉਸੇ ਆਦਮ ਨੂੰ ਲੈਣਾ ਪਊਗਾ ਜਿਹਦਾ ਸਰੀਰ, ਪ੍ਰਾਣ ਤੇ ਆਤਮਾ ਪਰਮੇਸ਼ਰ ਨੇ ਕੀ ਕੀਤਾ ਸੀਗਾ? ਰਚਿਆ ਸੀ। ਹਾਲੇਲੂਇਆ। ਸੋ ਅਦਨ ਦੇ ਬਾਗ ਵਾਲਾ ਇਹ ਆਦਮ, ਇਹਦਾ ਸਰੀਰ ਜਿਹੜਾ ਬਣਾਇਆ ਪਰਮੇਸ਼ਰ ਨੇ, ਇਹਦੇ ਵਿੱਚ ਕੀ ਕੁਛ ਆ? ਦੇਖਣਾ, ਸੁਣਨਾ, ਸੁੰਘਣਾ, ਚਖਣਾ, ਸਪਰਸ਼ ਕਰਨਾ ਵਗੈਰਾ। ਇਸ ਆਦਮ ਨੂੰ ਜਦੋਂ ਪਰਮੇਸ਼ਰ ਨੇ ਮਿੱਟੀ ਦਾ ਇੱਕ ਬੁੱਤ ਲਿਆ, ਬਣਾਇਆ ਤੇ ਇਹਦੀਆਂ ਨਾਸਾਂ ਦੇ ਵਿੱਚ ਜ਼ਿੰਦਗੀ ਦਾ ਸਾਹ ਪਾਤਾ। ਕੀ ਪਾਇਆ ਬਈ? ਬੋਲੋ ਸਾਰੇ ਨੇ। ਕਿਉਂਕਿ ਮੈਂ ਤੁਹਾਨੂੰ ਤਾਂ ਨਾਲ ਬੁਲਾਉਂਗਾ, ਮੈਨੂੰ ਹੁਣ ਪਤਾ ਨਹੀਂ ਨਾ, ਤੁਸੀਂ ਦੱਸਦੇ ਮੈਨੂੰ ਚੰਗੀ ਤਰ੍ਹਾਂ ਵੀ ਕੋਈ ਸੁੱਤੇ ਹੀ ਨਾ ਹੋਣ। ਕਿਉਂਕਿ ਜੇ ਤੁਸੀਂ ਹੁਣ ਸਾਹ ਪਾਉਣਾ ਨਾ ਆਤਮਿਕ ਤੌਰ ਤੇ ਜਾਗਣਾ ਪੈਣਾ ਤੁਹਾਨੂੰ। ਹਾਲੇਲੂਇਆ। ਕੀ ਪਾਇਆ ਨਾਸਾਂ ਵਿੱਚ? ਜੀਵਨ ਦਾ ਸਾਹ। ਇਹ ਬੰਦਾ ਕੀ ਹੋ ਗਿਆ? ਜਿਹਦੀ ਜਾਨ ਹੋ ਗਿਆ, ਜਿਹਦੀ ਜਾਨ ਹੋ ਗਿਆ। ਇਹਦੀਆਂ ਮਿੱਟੀ ਦੀਆਂ ਅੱਖਾਂ ਨੇ ਦੇਖਣਾ ਸ਼ੁਰੂ ਕਰਤਾ, ਮਿੱਟੀ ਦੀ ਜ਼ੁਬਾਨ ਨੇ ਬੋਲਣਾ ਸ਼ੁਰੂ ਕਰਤਾ, ਮਿੱਟੀ ਦੇ ਹੱਥ ਪੈਰਾਂ ਨੇ ਚੱਲਣਾ ਫਿਰਨਾ ਸ਼ੁਰੂ ਕਰ ਦਿੱਤਾ। ਹਾਲੇਲੂਇਆ। ਸੋ ਪਰਮੇਸ਼ਰ ਨੇ ਕੀ ਕੀਤਾ? ਉਹਨੇ ਕਿਹਾ ਕੱਲਾ ਮੈਂ ਇਹਨੂੰ ਜੀਵੀ ਜਾਨ ਹੀ ਨਹੀਂ ਬਣਾਉਣਾ, ਜਿਉਂਦਾ ਪ੍ਰਾਣੀ ਨਹੀਂ ਬਣਾਉਣਾ, ਇਹਦੇ ਵਿੱਚ ਮੈਂ ਕੀ ਪਾਉਣਾ ਆ? ਆਪਣਾ ਈਸ਼ਵਰ ਤੱਕ ਪਾਉਣਾ, ਆਪਣਾ ਜਲਾਲ ਪਾਉਣਾ, ਆਪਣਾ ਸਰੂਪ ਵੀ ਇਹਦੇ ਵਿੱਚ ਪਾਉਣਾ ਆ। ਹਾਲੇਲੂਇਆ। ਸੋ ਪਰਮੇਸ਼ਰ ਨੇ ਕੀ ਕੀਤਾ? ਆਪਣਾ ਸਰੂਪ ਇਹਦੇ ਵਿੱਚ ਪਾ ਦਿੱਤਾ ਤੇ ਇਹ ਬੰਦਾ ਕੀ ਹੋ ਗਿਆ? ਜਲਾਲੀ। ਕੀ ਹੋ ਗਿਆ ਬਈ? ਰੋਸ਼ਨੀ ਨਾਲ ਭਰ ਗਿਆ। ਹਾਲੇਲੂਇਆ। ਕਾਹਦੇ ਨਾਲ ਭਰ ਗਿਆ? ਰੋਸ਼ਨੀ ਨਾਲ। ਜਿਹੜੀ ਰੋਸ਼ਨੀ ਖੁਦਾ ਦੇ ਵਿੱਚ ਸੀ, ਉਹ ਹੀ ਇਸ ਆਦਮ ਦੇ ਵਿੱਚ ਪਰਮੇਸ਼ਰ ਨੇ ਆਦਮ ਦੇ ਬਾਗ ਦੇ ਵਿੱਚ ਪਾ ਦਿੱਤੀ। ਜਦੋਂ ਇਹ ਰੋਸ਼ਨੀ ਪਾ ਦਿੱਤੀ, ਇਹ ਬੰਦਾ ਪੂਰਾ ਜਗਣ ਲੱਗ ਪਿਆ। ਇਹਦੇ ਸਰੀਰ, ਪ੍ਰਾਣ ਔਰ ਆਤਮਾ ਦੇ ਵਿੱਚ ਜਲਾਲ ਹੀ ਜਲਾਲ ਸੀ। ਕੋਈ ਹਨੇਰੇ ਦਾ ਕੰਮ ਨਹੀਂ ਸੀ, ਕੋਈ ਮੈਲ ਨਹੀਂ ਸੀ। ਹਾਲੇਲੂਇਆ। ਆਇਆ ਨया ਉਜਾਲਾ, ਚਾਰ ਬੂੰदों ਵਾਲਾ। ਦੁਨੀਆ 'ਚ ਕੱਪੜੇ ਧੋਣ ਦਾ ਇੱਕ ਮਸ਼ਹੂਰੀ ਹੁੰਦੀ ਨਾ, ਕਿਹੜੀ ਹੁੰਦੀ ਆ?
बोलो, आया नया उजाला, चार बूंदा सिर्फ तो उजाला आ गया, पर आया कितने? आया काहदे च? कपड़ियां च। पर ਇਹਦੇ ਵਿੱਚ ਜਦੋਂ ਬੂੰਦਾਂ ਜਲਾਲ ਦੀਆਂ ਪਾਈਆਂ ਨਾ, ਇਹਦੇ ਵਿੱਚ ਪਤਾ ਕਿਹੜਾ ਉਜਾਲਾ ਆਇਆ ਸੀਗਾ? ਰੱਬ ਦਾ ਉਜਾਲਾ। ਹਾਲੇਲੂਇਆ। ਇਹਦੇ ਸਰੀਰ 'ਚ ਵੀ ਉਜਾਲਾ, ਇਹਦੇ ਪ੍ਰਾਣ 'ਚ ਵੀ ਉਜਾਲਾ, ਤੇ ਇਹਦੀ ਰੂਹ ਦੇ ਵਿੱਚ ਵੀ ਉਜਾਲਾ ਆ ਗਿਆ। ਇਹ ਸੀਗਾ। ਸੋ ਇਹਨੂੰ ਕੀ ਕਿਹਾ ਗਿਆ? ਪਰਮੇਸ਼ਰ ਦਾ ਸਰੂਪ ਅਤੇ ਸਮਾਨਤਾ। ਇਹ ਸੀ ਪਰਮੇਸ਼ਰ ਦੇ ਸਰੂਪ ਤੇ ਸਮਾਨਤਾ ਤੇ ਬਣਾਇਆ ਗਿਆ। ਸ਼ਾਰਟ ਚ ਜਾਣਾ ਪੈਣਾ ਮੈਨੂੰ, ਕਾਫੀ ਕੱਟ करके, पर तुसी वचन सीखण वाले लोग आ, इशारे ਨੂੰ समझते जाओगे ताकि ਅਸੀਂ समय सिर समाप्त कर सकीए। सो ये आपां किहदी हालत देखी है जी? बोलो सारे ने। आदम दे बाग वाले आदम दी ये हालत सी। एक ही आज्ञा उन्हें लगाई, एक ही हुक्म उन्हें लगाया कि तू बाग दे विचकार जिहड़ा पेड़ आ ओहदे तो खाना नहीं, खाऊंगा ते मर जाऊंगा। एक ही आज्ञा है, देखो मननी बड़ी मुश्किल हो गई। जब परखण वाला आया और उन्हें कहता तू खाला, तू किदे वर्गा हो जाऊंगा? रब वर्गा हो जाऊंगा। ठीक है, शैतान ने आके खाला, किदे वर्गा हो जाऊंगा? रब वर्गा हो जाऊंगा। मत मर के ਉਹਦੇ ਨਾਲ ਗੱਲਾਂ ਦੇ ਵਿੱਚ ਸਾਂਝ ਪਾਉਣ ਦਾ ਕਰਕੇ, ਉਸ ਹਨੇਰੇ ਨਾਲ ਸਾਂਝ ਪਾਉਣ ਦਾ ਕਰਕੇ ਮੱਤ ਮਰ ਗਈ। ਇਹਨੇ ਇਹ ਸੋਚਿਆ ਨਹੀਂ ਮੈਂ ਤਾਂ ਪਹਿਲਾਂ ਹੀ ਉਹਦੇ ਸਰੂਪ ਤੇ ਸਮਾਨਤਾ ਤੇ ਕੀ ਆ ਬਣਾਇਆ ਹੋਇਆ। ਕਹਿੰਦਾ ਤੇਰੀਆਂ ਅੱਖਾਂ ਖੁੱਲ ਜਾਊ। ਇਹਨੇ ਸੋਚਿਆ ਨਹੀਂ ਜਿਹੜੀਆਂ ਅੱਖਾਂ ਮੇਰੀਆਂ ਖੁੱਲੀਆਂ ਆਈਆਂ ਨਾ, ਮੇਰੇ ਰੱਬ ਨੂੰ ਹੂ ਬਹੂ ਦਿਖਦੀਆਂ। ਹਾਲੇਲੂਇਆ, ਹਾਲੇਲੂਇਆ। ਜਿਹੜੀਆਂ ਅੱਖਾਂ ਮੇਰੇ ਕੋਲ ਸੋਚੇ ਨਹੀਂ, ਕਿਉਂਕਿ ਜਦੋਂ ਸ਼ੈਤਾਨ ਆਉਂਦਾ ਨਾ ਤੇ ਸਾਡੀ ਮੱਤ ਕੀ ਕਰ ਦਿੰਦਾ? ਭਲਾ ਮਾਰ ਹੀ ਦਿੰਦਾ। ਹਾਲੇਲੂਇਆ। ਔਰ ਇਹਨੇ ਸੋਚਿਆ ਨਹੀਂ, ਇਹਨੇ ਸੋਚਿਆ ਹੀ ਨਹੀਂ ਮੈਂ ਤਾਂ ਮਿੱਟੀ ਹਾਂ। ਇਹਨੇ ਸੋਚਿਆ ਨਹੀਂ ਮਿੱਟੀ ਦਾ ਜਿਹੜਾ ਹਿੱਸਾ ਮੇਰੇ ਲਈ ਰੱਬ ਨੇ ਲਿਆ ਨਾ, इस हिस्से ਨੂੰ ही अपने स्वरूप समानता से बनाया। बाकी मिट्टियां होर ही कुछ आ, मैं या मिट्टी चो एक हिस्सा स्पेशल जिहड़ा मेरे रब वर्गा। सोचा ही नहीं, इन्हें सोचा ही नहीं कि परमेश्वर ने जमीन बनाई आदम लई, आसमान बनाए आदम लई, स्वर्ग बनाए आदम लई। क्योंकि बाणी दसदी है सुलेमान जब प्रार्थना करदा ते कहंदा रब्बा तू तां स्वर्गां विच समाउंदा ही नहीं, मेरे हाथ दे बनाए हुए इस मंदिर दे विच कित्थों समाऊंगा। सीधा मतलब जिहड़ा स्वर्गां विच नहीं समाउंदा ते ओह स्वर्ग किहदे लई बनाउंदा? हालेलुया। उहने किहदे लई बनाए स्वर्ग? दसो भाई, ओह किहदे लई बनाए आ? इत्थे गूंगे बैठे आ, गूंगे बोलते बोलते नहीं, मेरे गुस्से वो हम भी भरो थोड़ी बहुती। हालेलुया। किहदे लई स्वर्ग बनाए? साडे लई, आदम लई। इन्हें सोचा ही नहीं कि मेरे लिए स्वर्ग भी उन्हें बनाए हैं। हालेलुया। कुछ नहीं सोचा, मेरे लिए बनाए हैं फुल पत्ते, मेरे लिए बनाए फ्रूट, मेरे लिए बनाया अदन दा बाग, मेरे लिए बनाए सोते, मेरे लिए बनाए पहाड़, मेरे लिए बनाया सारिया खूबसूरतियां। हालेलुया। कुछ नहीं सोचा, तोड़ के फाड़ो की कर लिया? भला खा लिया। जिदा फल खाता की हो गया? दिखाओ जी अपनी तस्वीर। फल खाता फिर उत्थे होना पैना, दसूंगा मैं दसूंगा। फल खादा ते रोशनी की हो गई? हाँ जी, चल गई। अब पहली तस्वीर देखो जरा, इत्थे की आ? रोशनी का भरिया पिया। हालेलुया। ते जिद्दां ही फल खादा ते रोशनी की हो गई?
चली गई, फ्यूज उड़ गया। बल्ब का फ्यूज उड़ गया ना, ते बल्ब का फायदा की आ? हाँ, ढांचा वह नजर आता बल्ब वर्गा ही आ, पर अंदरों कनैक्शन की हो गया? इदां दी हालत अपनी है। हालेलुया। सो पिछे आई फिर दोबारा ये आदम के बारे में दसना चाहता हाँ। जो इनू बनाया, इनू की बनाया भला? जिउंदा प्राणी। की बनाया जी? हाँ, जेडे लिखण दे शकीन है वचन नू लिख लो। की बनाया इनू? जिउंदा प्राणी। उत्पत्ति 2:7 दे विच लिखा है। जिउंदे प्राणी का मतलब हुंदा आ जिहदा मौत दे नाल कोई संबंध है नहीं। ये बनाया सी। सो परमेश्वर ने सानू मरण दे लई नहीं बनाया। आदम नू परमेश्वर ने मरण लई नहीं बनाया। मौत इन्हें खुद चुनी। हालेलुया। किदां चुनी? खुद चुनी। परमेश्वर ने इन्हें जिउंदा प्राणी बनाया सीगा। और दूसरी गल इहदे नाल की सीगी? परमेश्वर दे नाल इहदी संगति सी। उत्पत्ति 3 अध्याय 8 ते 9 आयत च लिखिया होया। किहदे नाल संगति सीगी? परमेश्वर दे नाल। परमेश्वर नाल। परमेश्वर रोज इन्हू मिलना आउंदा। हालेलुया। ਇਹਦਾ मतलब जिस दिन तो आदम नू अदन दे विच परमेश्वर ने रखिया बनाया, उस दिन तो रब दा मन जिहड़ा सीगा ना स्वर्गां विच लगदा नहीं सी। हालेलुया। इन्ना प्यार इहदे नाल कीता क्योंकि ओहदी कला दा ये बेशकीमत नमूना। हालेलुया। सो परमेश्वर ने इतना प्यार किया, रोज तीसरे स्वर चों अपना तख्त छड्ड के इनू मिलना आउंदा सी अपने यार नू। हालेलुया। सो दसना चाहना है परमेश्वर ने इनू अदन दे विच जिहड़ा बनाया सीगा ना, अपना उपासक या अपना भगती करने वाला नहीं बनाया सी। इनू अपना दोस्त बनाया सी। की बनाया सी? दोस्त। हालेलुया। दोस्त बनाया, भगती करने लिए नहीं। भगती तो हुण सानू करनी पै रही है पाप च डिग्गिया होया नू। आखिर ये टाइम भी एक दिन निपट जाना। एक दिन असीं पिता की भगती नहीं करांगे, पिता ना बराबर तखत ते बैठांगे। हालेलुया। हालेलुया। सो इस बंदे नू परमेश्वर ने बनाया ते संगति इहदे नाल करदा सीगा। परमेश्वर इहदे नाल संगति करदा सी। जे किसी ने समझ आ रही गल तो कौन संगति करता सी आदम नाल? परमेश्वर। देख लो अज अंधेरे च पे हुए आप बंदे कभी पहाड़ों वाल भजते रब नूं लभण लई, कभी मंदिर वाल भजते, कभी मस्जिद वाल भजते, कभी गुरुद्वारे वाल भजते, कभी चर्च वाल भजते हैं। लभदा फिर भी, दिसदा फिर भी नहीं। हालेलुया। सो इस आदम नूं परमेश्वर ने जदों बनाया ते इहदे नाल की करदा सीगा? संगति करदा सी। दूसरे शब्दों में फिर मैं दसना चाहना, इस आदम नूं परमेश्वर खेचल नहीं सी दिंदा कि तू मैनू मिलण तीजे स्वर्ग च आ। आप आउंदा सी। हालेलुया। हालेलुया। आप परमेश्वर नूं मिलण दे वास्ते आउंदा सीगा। सो जिन्हों आप मिलने लई आवे, पास्टर जी तुसी ना मैनू अपने टाइम ते माड़ा इशारा मार देना, उस टाइम ते आपां बंद करना है। विशा पूरा होवे चाहे ना होवे, पर मैं शॉर्टकट जाना नहीं चाहता। जिन्ना निपट जाओ ठीक है। हालेलुया। हालेलुया। सो इस आदम नूं परमेश्वर की करदा सीगा? आप मिलण आउंदा सीगा। मान लो इस इलाके दा MLA तुहाडे घर विच तुहानूं मिलण आवे ते समझ लो ओदी नज़र च तुहाडी बहुत इज्जत आ। जे इज्जत ना हो तो उदा कहो फलाने फलाने नूं बुला के घर च सदो, मैं उहदे नाल मुलाकात करनी है। पर जे आप जावे तो मतलब उहदे मन च की आ? इज्जत आ। सो इस आदम दे लई परमेश्वर दे मन विच इज्जत प्यार किन्ना आ? इनू खेचल दिंदा नहीं। हालेलुया। सो जिन्हां दे नाल साडा प्यार हुंदा आ, असीं कदी उन्हां नूं खेचल दिंदे नहीं।
ਹਾਲੇਲੂਇਆ। ਪਰ ਅੱਜ ਇਹ ਆਦਮ, ਮੈਂ ਦੱਸਦਾ ਹੁੰਨਾ ਵੀ ਮੰਨ ਲਓ ਇੱਕ ਆਦਮੀ ਆ ਜਿਹੜਾ ਮੰਨ ਲਓ ਮਰ ਗਿਆ, ਉਹ ਦੁੱਧ 'ਚ ਪਾਣੀ ਪਾਉਂਦਾ ਪਾਉਂਦਾ ਹੀ ਮਰ ਗਿਆ। ਇੱਕ ਡੰਗਰ ਮਰ ਗਿਆ। ਇਸ ਮਿਸਾਲ ਨੂੰ ਕੋਈ ਗਲਤ ਤਰੀਕੇ ਨਾਲ ਲਵੇ, ਸਮਝਣ ਦੀ ਗੱਲ ਆ। ਡੰਗਰ ਵੀ ਮਰ ਗਿਆ। ਮੰਨ ਲਓ ਡੰਗਰਾਂ ਦਾ ਤਾਂ ਕੰਮ ਇੱਥੇ ਮਰਦੇ ਖਤਮ ਹੋ ਜਾਂਦਾ। ਮੈਂ ਮਿਸਾਲ ਦਿੰਦਾ, ਮੰਨ ਲਓ ਡੰਗਰ ਵੀ ਰੱਬ ਦੀ ਦਰਗਾਹ ਖੜਾ ਹੋ ਗਿਆ, ਤੇ ਉਹ ਜਿਹੜਾ ਪਾਣੀ ਪਾਉਂਦਾ ਸੀ ਉਹ ਵੀ ਖੜਾ ਹੋ ਗਿਆ, ਤੇ ਰੱਬ ਕਿਹਨੂੰ ਪਸੰਦ ਕਰੂ? ਬੋਲਦੇ ਨਹੀਂ। ਚਲੋ ਨਾ ਬੋਲੋ, ਕੋਈ ਗੱਲ ਨਹੀਂ, ਮੈਂ ਤਾਂ ਆਪਣੀ ਗੱਲ ਪੂਰੀ ਕਰਕੇ ਜਾਊਂ। ਹਾਲੇਲੂਇਆ। ਕਿਹਨੂੰ ਪਸੰਦ ਕਰੂ ਰੱਬ? ਵੀ ਇੱਕ ਪਾਣੀ ਪਾਉਂਦਾ ਸੀ ਦੁੱਧ 'ਚ, ਤੇ ਇੱਕ ਡੰਗਰ ਆ ਮਰ ਗਿਆ, ਉਹ ਵੀ ਉਹਦੇ ਰੱਬ ਦੇ ਹਜ਼ੂਰ ਖੜਾ ਆ। ਇਹਦਾ ਮਤਲਬ ਡੰਗਰ ਨੂੰ ਪਸੰਦ ਕਰੂ, ਕਿਉਂਕਿ ਡੰਗਰ ਨੂੰ ਜਿੱਦਾਂ ਦਾ ਬਣਾਇਆ ਸੀ, ਜੋ ਉਹਦੇ ਵਿੱਚ ਪਾਇਆ ਸੀ ਉਹ ਪਿਓਰ ਦਿੱਤਾ। ਪਰ ਆਦਮ ਨੇ ਕੀ ਕਰਤਾ? ਮਿਲਾਵਟ ਕਰਤਾ। ਆਹ ਹਾਲਤ ਆ। ਇਹਦਾ ਮਤਲਬ ਅੱਜ ਰੱਬ ਦੀ ਨਜ਼ਰ 'ਚ ਜਿਹੜੇ ਆਪਾਂ ਬੰਦੇ ਆ, ਚਾਹੇ ਹਿੰਦੂ ਹੋਈਏ, ਮੁਸਲਮਾਨ ਹੋਈਏ, ਸਿੱਖ ਹੋਈਏ, ਈਸਾਈ ਹੋਈਏ, ਡੰਗਰ ਤੋਂ ਡਿੱਗੇ ਹੋਏ ਬੰਦੇ ਆਪਾਂ ਆ ਰੱਬ ਦੀ ਨਜ਼ਰ 'ਚ। ਆਹ ਹਾਲਤ ਹੈ ਸਾਡੀ, ਕਿਉਂਕਿ ਜਿੱਦਾਂ ਦਾ ਸਾਨੂੰ ਬਣਾਇਆ ਸੀ ਅਸੀਂ ਉਦਾਂ ਦੇ ਰਹੇ। ਹਾਲੇਲੂਇਆ। ਆਓ ਫਿਰ ਇਹਦੇ ਵਿੱਚ ਕੀ ਆ? ਪਰਮੇਸ਼ਰ ਦਾ ਇਹਦੇ ਵਿੱਚ ਕੀ ਸੀਗਾ? ਸਰੂਪ ਸੀਗਾ ਔਰ ਸਮਾਨਤਾ ਵੀ ਸੀ। ਇਹ ਖੂਬੀਆਂ ਸੀ ਇਹਦੇ ਵਿੱਚ। ਜਿਉਂਦਾ ਪ੍ਰਾਣੀ ਸੀ, ਪਰਮੇਸ਼ਰ ਨਾਲ ਸੰਗਤੀ ਸੀ, ਪਰਮੇਸ਼ਰ ਦਾ ਸਰੂਪ ਔਰ ਸਮਾਨਤਾ ਸੀ, ਔਰ ਅਧਿਕਾਰ ਪਾਇਆ ਹੋਇਆ ਸੀ। ਕੀ ਪਾਇਆ ਸੀਗਾ? ਅਧਿਕਾਰ। ਆਕਾਸ਼ ਦੇ ਉੜਦੇ ਪੰਛੀਆਂ ਤੇ, ਜ਼ਮੀਨ ਤੇ ਰੇਂਗਣ ਵਾਲਿਆਂ ਤੇ, ਸਮੁੰਦਰ ਵਿੱਚ ਰਹਿਣ ਵਾਲੇ ਸਾਰੇ ਜੀਵਾਂ ਤੇ ਕੀ ਸੀਗਾ? ਅਧਿਕਾਰ ਸੀ। ਪਰ ਜਿੱਦਾਂ ਹੀ ਫਲ ਖਾ ਲਿਆ, ਪਾਪ ਹੋ ਗਿਆ, ਸਾਰੀ ਕਾਇਨਾਤ ਇਹਦੇ ਵਿਰੁੱਧ ਹੋ ਗਈ। ਹਰ ਜੀਵ ਇਹਦੇ ਕੀ ਹੋ ਗਿਆ? ਵਿਰੁੱਧ ਹੋ ਗਿਆ। ਸਾਰੀ ਕੁਦਰਤ ਇਹਦੇ ਵਿਰੁੱਧ ਹੋ ਗਈ, ਜਿਹੜੀ ਇਹਦੇ ਲਈ ਬਣਾਈ ਸੀ, ਔਰ ਇਹਨੂੰ ਉਹਦੇ ਉੱਤੇ ਰਾਜ ਕਰਨ ਦੇ ਲਈ ਬਣਾਇਆ ਸੀ। ਹਾਲੇਲੂਇਆ। ਆ ਜਾਓ ਅੱਗੇ ਦੇਖਦੇ ਆਪਾਂ। ਜਦੋਂ ਫਲ ਖਾ ਲਿਆ, ਹਨੇਰਾ ਆ ਗਿਆ। ਅਦਨ ਦੇ ਬਾਗ ਵਿੱਚ ਜਿਹੜਾ ਜਿਉਂਦਾ ਪ੍ਰਾਣੀ ਬਣਾਇਆ ਸੀਗਾ, ਆਤਮਾ ਵਿੱਚ ਕੀ ਹੋ ਗਿਆ ਭਲਾ? ਮਰ ਗਿਆ। ਆਤਮਾ ਵਿੱਚ ਮਰ ਗਿਆ ਤੋਂ ਭਾਵ ਕੀ ਆ? ਮਤਲਬ ਕੀ ਆ? ਪਰਮਾਤਮਾ ਦੇ ਆਤਮਾ ਨਾਲੋਂ ਆਦਮ ਦੇ ਆਤਮਾ ਦਾ ਲਿੰਕ ਕੀ ਹੋ ਗਿਆ? ਟੁੱਟ ਗਿਆ। ਸੰਬੰਧ ਕੀ ਹੋ ਗਿਆ? ਟੁੱਟ ਗਿਆ। ਹਾਲੇਲੂਇਆ। ਜਦੋਂ ਸਾਡੇ ਘਰਾਂ ਦੇ ਵਿੱਚ ਕੋਈ ਬੱਚਾ ਵਿਗੜਿਆ ਹੋਇਆ ਨਿਕਲਦਾ ਨਾ, ਤੇ ਆਖਰ ਮਾਂ-ਬਾਪ ਦੇ ਕੀ ਕਹਿੰਦੇ ਆ? ਅੱਜ ਉਹ ਸਾਡੇ ਲਈ ਕੀ ਹੋ ਗਿਆ? ਮਰ ਗਿਆ। ਕੀ ਹੋ ਗਿਆ? ਮਰ ਗਿਆ। ਇਹ ਕਹਿ ਕੇ ਘਰੋਂ ਕੀ ਕਰ ਦਿੰਦੇ ਆ? ਕੱਢ ਦਿੰਦੇ। ਉਹ ਮਰਿਆ ਥੋੜੀ ਹੁੰਦਾ। ਪਰ ਸੰਬੰਧ ਕੀ ਹੋ ਗਿਆ ਭਲਾ? ਮਾਂ ਪਿਓ ਨਾਲ ਟੁੱਟ ਗਿਆ। ਤੇ ਇਦਾਂ ਸਾਡੀ ਆਤਮਾ ਦਾ ਜਿਹੜਾ ਸੰਬੰਧ ਆ, ਆਦਮ ਦੀ ਆਤਮਾ ਦਾ, ਹਿੰਦੂ, ਮੁਸਲਮਾਨ, ਸਿੱਖ, ਈਸਾਈ, ਜਿੰਨੀਆਂ ਵੀ ਜਾਤੀਆਂ ਬਰਾਦਰੀਆਂ, ਜਿਹੜੇ ਵੀ ਬੰਦੇ ਦੇ ਰੂਪ ਚ ਧਰਤੀ ਤੇ ਰਹਿੰਦੇ ਆ, ਇਹਨਾਂ ਸਾਰਿਆਂ ਦੀ ਆਤਮਾ ਦਾ ਸੰਬੰਧ ਪਰਮਾਤਮਾ ਨਾਲੋਂ ਕੀ ਹੋਇਆ ਭਲਾ? ਟੁੱਟਿਆ ਪਿਆ। ਹਾਲੇਲੂਇਆ। ਸੋ ਆਤਮਾ ਵਿੱਚ ਇਹ ਆਦਮ ਮਰ ਗਿਆ, ਔਰ ਸੰਗਤੀ ਵੀ ਰੱਬ ਨਾਲੋਂ ਕੀ ਹੋ ਗਈ? ਟੁੱਟ ਗਈ। ਆਤਮਾ ਚ ਵੀ ਮਰ ਗਿਆ, ਸੰਗਤੀ ਵੀ ਹੋ ਗਈ, ਟੁੱਟ ਗਈ, ਔਰ ਸਰੂਪ ਵੀ ਕੀ ਹੋ ਗਿਆ? ਵਿਗੜ ਗਿਆ। ਸਰੂਪ ਵੀ ਕੀ ਹੋ ਗਿਆ ਬਈ? ਜਿੱਦਾਂ ਦਾ ਬਣਾਇਆ ਸੀ ਉਦਾਂ ਦਾ ਰਿਹਾ ਨਹੀਂ। ਤੁਹਾਨੂੰ ਪਤਾ ਅੱਜ ਬੰਦੇ ਗੁੱਤਾਂ ਰੱਖਦੇ ਆ, ਤੇ ਭੈਣਾਂ ਕੀ ਰੱਖਦੀਆਂ ਭਲਾ? ਪੱਟੀ। ਹਨਾ? ਬੰਦੇ ਸਲਵਾਰਾਂ ਪਾਉਂਦੇ ਆ, ਭੈਣਾਂ ਕੀ ਪਾਉਂਦੀਆਂ? ਜੀਨਾਂ। ਸਰੂਪ ਕੀ ਹੋ ਗਿਆ? ਵਿਗੜ ਗਿਆ। ਅਮਰੀਕਾ ਵਿੱਚ ਜਦੋਂ ਮੈਂ ਸਫ਼ਰ ਕਰ ਰਿਹਾ ਸੀ ਟ੍ਰੇਨ ਦੇ ਵਿੱਚ, ਤੇ ਇੱਕ ਕਾਲੀ ਭੈਣ ਆਈ। ਇੱਕ ਗੋਰੇ ਹੁੰਦੇ, ਇੱਕ ਕਾਲੇ ਹੁੰਦੇ, ਤੇ ਜਿਹੜੇ ਗੋਰੇ ਹੁੰਦੇ ਜ਼ਿਆਦਾ ਗੋਰੇ ਹੁੰਦੇ, ਲਾਲ ਸੂਏ, ਤੇ ਜਿਹੜੇ ਕਾਲੇ ਹੁੰਦੇ ਇਦਾਂ ਹੁੰਦੇ ਜਦੋਂ ਤਵਾ ਹੁੰਦਾ। ਤੇ ਕਾਲੀ ਭੈਣ ਆ ਕੇ ਮੇਰੇ ਕੋਲ ਬਹਿ ਗਈ, ਜਿਹੜੀ ਸੀਟ ਸੀ, ਤੇ ਮੈਂ ਇਹ ਦੇਖਿਆ ਉਹਨਾਂ ਵੱਲ, ਤੇ ਉਹ ਏਦਾਂ ਵਾਲ ਉਹਨਾਂ ਨੇ ਏਦਾਂ ਬਣਾਏ ਹੋਏ,
ਤੇ ਸਾਰੇ ਵਾਲ ਜਿਹੜੇ ਸੀ ਇੱਥੋਂ ਤੱਕ ਲੰਬੇ ਸਟੇਟ ਤੇ ਨੀਲੇ। ਕਿਹੜੇ ਰੰਗ ਦੇ? ਨੀਲੇ ਰੰਗ ਦੇ ਵਾਲ। ਮੈਂ ਕਿਹਾ ਕਿੱਦਾਂ ਦੀ ਵਾਲ ਵੀ? ਤੇ ਮੈਂ ਫੇਰ ਦੁਬਾਰਾ ਦੇਖਿਆ ਤੇ ਉਹਨੇ ਮੇਰੇ ਵੱਲ ਦੇਖਿਆ ਇਦਾਂ। ਇਧਰੋਂ ਗੰਜੀ, ਇੰਨਾ ਐਸਾ ਕੀ ਸੀਗਾ? ਇੰਨਾ ਐਸਾ ਵਾਲ ਰੱਖੇ ਤੇ ਨੀਲੇ, ਇਧਰ ਐਸਾ ਕੀ? ਗੰਜੀ। शैतान इदा गंजियां मंजियां करी जाता। हालेलुया। क्योंकि स्वरूप की होया भला बिगड़ गया, बिगड़ गया। ये बिगड़ा होया स्वरूप जिहड़ा ना अज देखो किदां दे आ। गोडे तो भी पेंट पाड़नी आ, भैणां ने मोढे तो सूट पाड़ना आ, फिर सिलाई करनी है, तू दर्जी नूं कहना तो सी दे, मोढा दिसना चाहिए। इदां ही आ बई, फैशन है। हाँ, स्वरूप की हो गया? बिगड़ गया, बिगड़ गया। स्वरूप बिगड़ गया। हुण मैं स्वरूप बिगड़े ते ज्यादा गल्लां नहीं करना चाहता, तुसीं सियाणे आ। अज देखदे की हालतां होईयां होईयां। पाटे हुए कपड़े पाउणे। जदों कि मैं सुरत च आया सीगा, जदों मैनूं सुरत आई सी, उदों को पाटे हुए कपड़े पाउणे बेइज्जती समझी जांदी सी। की समझी जांदी सी? बेइज्जती। ते अज पाटे हुए कपड़े पा के कहंदे साडा स्टेटस आ भाई, साडा भी कुछ साडा भी खानदान उच्चा, साडी सोसाइटी उच्ची, साडी पढ़ाई उच्ची। इथों पेंट पाड़ी, इथों पाड़ी, कईयां ने इथों भी पाड़ी होंगी। एक भाई ने मैं देखा कि उन्हें पेंट जी सी अपनी जीन उन्हें इतने क बनी हुई ऐसे से, ते कमीज जी वो तां चकी हुई सी। ते मेरे को अगे लंघ गया, मैं देखा सारी इतने लटकती, पता नहीं तुरदा किदां सी, इतने कि लटकी जाती पेंट, पता नहीं किदां तुरदा सीगा। मैं रब का बहुत ज्यादा शुक्र किया, थले उन्हें अंडरवेयर पाई हुई सी। हालेलुया। ओ बोलो हालेलुया। अंडरवेयर पाई हुई सी ते बच गया। सो अज ये स्वरूप जिहड़ा बिगड़ गया ना, ये बिगड़िया हुए मर गया ते सीधा नरक च जाऊ, और खुदा दे कहर तो उन्होंने कोई बचा सकू नहीं। प्रभु यस्सु जिन्हें मेरे लिए जान दी है ना, वो भी ओदे कोलों मुंह फेर के लंघ जाऊ। नहीं पुत्र, तेन मौका दिता सी, तू अपना स्वरूप ठीक किया नहीं। हालेलुया। सो स्वरूप बिगड़ गया और हुण इनू अनंत काल दी मौत दा दंड लगा पिया। की लगा पिया बई? अनंत काल दी मौत दा दंड। ते इत्थे चाहे इनू खुशखबरी समझ लो, चाहे अपनी बदनसीबी समझ लो, अज 90% लोग जिहड़े तौबा करी बैठे ना ते चर्चा च जांदे आ, उन्हां ते भी आ अनंत काल दी मौत दा दंड हजे गया नहीं, क्योंकि रब ने उन्हां दी तौबा हजे तक कबूल होई नहीं, क्योंकि उन्हां दा नवां जन्म अजे होया ही नहीं। हुण ये देख लो इत्थे बैठे बैठे। हालेलुया। अज रात नूं सुपनियां राहीं भी तुहानूं आह ही गल्लां सुणनगियां, तौबा करनी पैनी। हालेलुया। कईयां ने तौबा करनी ताजी ताजी, जिद्दां कोई इत्थे बैठा होगा, ते कईयां ने दोबारा तौबा करनी आ, क्योंकि अनंत काल दी मौत का की लगा होया? दंड लगा पिया है। हालेलुया। आ जाओ अगे एक तस्वीर होर देखते हैं, नंबर 3। हुण देखो जी, धरती ते रह रहे आदम दी हालत केदी जी? किथे दी? धरती उत्ते रह रहे आदम दी हालत की आ? आत्मा विच की होया? मरिया पिया। पाप दे विच की होया? पैदा होया। शराब दे विच पैदा होया। व्यवस्था के अधीन या गुलाम आ, शैतान दे वस दे विच आ, मौत दे वस दे विच आ, और रोगां दे नाल पीड़ित आ हालत है। इतनी कहर वाली हालत आ। शैतान ने की कीता? साडियां अखां भी बन्नियां पईयां, साडी बुद्ध नूं भी की कीता पिया? बन्नियां पिया। पता ही नहीं लगदा। जिन्हों पुछ लो बाहर का वीजा चाहिए जी, पादी साहब दुआ कर दो, बाहर का वीजा चाहिए।
ढिड पीड़ ठीक होनी चाहिए, रसोई की होनी चाहिए, करना चाहिए, नौकरी लगनी चाहिए। वो इन्नी तेरी माड़ी हालत आ, नरक तेरे लिए मुंह अट के खड़ा आ, ते तू चीज़ां किहड़ियां मंगी जाण दिया। पादरी ने कहने बिजी किया है, जे किसी पादरी को तेरी ढिड पीड़ ठीक नहीं होती, दूजा पादरी फड़ लेना, फिर तीजा पादरी, फिर तू पादरियां कहना पादरियां पूरियां कुछ नहीं रखिया। चाहिए तेन की सीगा? इन्नी माड़ी हालत च जेकर तेनू कोई चीज चाहिए है ना, वो सिर्फ और सिर्फ किया तौबा की चाहिए भाई, तौबा। तेन तौबा की लोड़ है भाई, और तेरा कुछ भी तेरी मंग का तेन फायदा नहीं। जे मंग मंगूगा खुदा प्यार करता है, प्यार करने के कारण तेरी मंग पूरी कर दूंगा, पर तेन मुक्ति मिलूगी? मुक्ति नहीं मिलूगी। इसलिए की चाहिए? तौबा। ये हालत इस आदम दी आ। किहड़े आदम दी आ? चाहे ये अमरीकन होवे, अफ्रीकन होवे, एशियन होवे, यूरोपियन होवे, कोई भी होवे, ये सारे आदम की हालत यही आ। हालेलुया। अगे एक तस्वीर होर चलदी आया जी, जिहड़ी गल आपां आए ये की आ? मैनूं सुनिया नहीं, थोड़ा उच्ची। नवा जन्म। हालेलुया। इन्हूं हुण मैं जल्दी जल्दी लपेट दिना ताकि फिर आप आखिरी प्रार्थना करांगे। नवा जन्म। हुण नवे जन्म दे विच की स्थिति आ? ये ओही आदम आ जिहड़ा पाप दा भरिया पिया, जिहड़ा शरीर प्राण आत्मा पाप दे नाल भरिया पिया। हुण दो तरह के लोग धरती ते रहिंदे आ। एक रब नूं जानना चाहुंदे आ, दूसरे वो जिहड़े रब को लाहा लेना चाहुंदे। की करना चाहते हैं? लाहा लेना, यानी कि अपनी तमन्ना पूरी कराउणी चाहुंदे। एक वो आ जिहड़े रब की रजा नूं जानना चाहुंदे, एक अपनी रजा नूं पूरा कराउणा चाहुंदे। तो जिहड़े रब नूं जानना नहीं चाहुंदे, वो तो स्टैंप कीते हुए है ना, वो तो सीधे नरक के भागी हैगी। हुण दूसरी हालत वाले किहड़े लोग आ? वो हैगे जिहड़े रब नूं जानना चाहुंदे आ। ते जिहड़ा रब नूं जानना चाहुंदा ना, वो जे हिंदुआं चों आ ना, हिंदुआं चों, ते वो पंडित पिछे जाओ। किहदे पिछे जाओ भी? हां माड़ा जिहा कुछ किहदे पिछे जाओ? जिहड़ा हिंदू आ रब नूं जानना चाहुंदा, वो किहदे पिछे जाओ? पंडित पिछे जाओ। क्यों जाओ? क्योंकि उन्होंने पता आ ये जिहड़ा पंडित आ ना, ये रब नूं की करदा है? जानदा। ते जे मैं इहदे पिछे चलूंगा, मम्मी रब नूं की कर लूंगा? जानदा। ते जे सिखां दे विच आ रब नूं जानना चाहुंदा, वो किहदे पिछे जाओ? पाठी पिछे जाओ, ग्रंथी पिछे जाओ। मुसलमानां दे विच जिहड़ा आ वो मौलवी पिछे जाओ। ते जिहड़ा ईसाइयां दे विच आ, ईसाइयां दे विच, क्रिश्चियनां दे विच नहीं गल करदा, ईसाइयां दे विच जिहड़ा ईसाइयां दे विच आ, किहदे पिछे जाओ? पादरी पिछे। क्यों? क्योंकि ओदा मनना है कि पादरी रब दे नाल किया मिले हुए। हालेलुया। सो इस बंदे तो आप समझना, आ जिहड़ी हुण तस्वीर है ना, ये जिहड़ी मैं दिखा रहा आ, इहनूं तुसीं सारे भाई भैन बच्चे बजुर्ग जिन्ने बैठे आ, इहनूं अपनी तस्वीर समझ के सुनियो, फिर समझ आनी गल, नहीं तो समझ नहीं आनी। ये किहदी तस्वीर है भाई? किहदी है बोलो? मेरी। हाँ हुण किहदी गल चलण लगी आ? तेरी गल चलण लगी आ। सो ये तस्वीर जिहड़ी आ, इहदे विच हुण इह बंदे नूं रब दी भुख लगी आ, रब नूं जानण दी भुख लगी आ। इन्हें सारे मजहबां, पंथां, तीर्थां, धार्मिक स्थानां हर थां ते जा के देखिया, सारी जगह ते जाके देखिया। इन्हूं सारियां जगह की लगियां? व्यापार दी मंडी। की लगियां भाई? कोई भी धार्मिक स्थान होवे, इन्हूं की लग्या भला? क्योंकि इन्हें सारियां जगह ते जा के देखिया, व्यापार दी मंडी लग्या। आखिर ये थक हार के बैठ गया। हालेलुया। जदों ये थक हार के घर च बैठ गया, ते फिर घर बैठे कोई परमात्मा ने अपना चुनिया होया अभिषिक्त दास भेज दिता। हालेलुया।
ਔਰ ਜਦੋਂ ਚੁਣਿਆ ਹੋਇਆ ਅਭਿਸ਼ਿਕਤ ਦਾਸ ਭੇਜਿਆ, ਉਹਨੇ ਇਹਨੂੰ ਦੱਸਿਆ, ਭਾਈ ਜਿਹੜੀ ਤੈਨੂੰ ਰੱਬ ਨੂੰ ਜਾਣਨ ਦੀ ਭੁੱਖ ਲੱਗੀ ਆ ਉਹ ਬਿਲਕੁਲ ਸੱਚੀ ਆ, ਪਰ ਜਿਹੜੇ ਤੂੰ ਰਾਹ ਅਪਣਾਏ ਆ ਨਾ ਉਹ ਠੀਕ ਬਣਾਏ ਨਹੀਂ। ਇਸ ਲਈ ਇਹਨਾਂ ਧਾਰਮਿਕ ਸਥਾਨਾਂ 'ਚ ਤੀਰਥ ਯਾਤਰਾਵਾਂ ਦੇ ਵਿੱਚ ਮੁਕਤੀ ਨਹੀਂ। ਇਹਨਾਂ ਦੇ ਵਿੱਚੋਂ ਦੀ ਅਸੀਂ ਰੱਬ ਨੂੰ ਜਾਣ ਸਕਦੇ ਨਹੀਂ। ਅਗਰ ਮੈਂ ਰੱਬ ਨੂੰ ਜਾਣਨਾ ਆ ਤੇ ਕੀ ਕਰਨਾ ਪੈਣਾ ਆ? ਮੈਨੂੰ ਤੌਬਾ ਕਰਨੀ ਪੈਣੀ। ਹਾਲੇਲੂਇਆ, ਹਾਲੇਲੂਇਆ। ਜੇ ਤੂੰ ਰੱਬ ਨੂੰ ਜਾਣਨਾ ਚਾਹੁੰਦਾ ਤੈਨੂੰ ਕੀ ਕਰਨੀ ਪੈਣੀ ਆ? ਤੌਬਾ ਕਰਨੀ ਪੈਣੀ ਆ। ਤੌਬਾ ਵੀ ਦੋ ਤਰ੍ਹਾਂ ਦੀ ਆ। ਕਿੰਨੇ ਤਰ੍ਹਾਂ ਦੀ ਬਈ? ਦੋ ਤਰ੍ਹਾਂ ਦੀ। ਇੱਕ ਸੱਚੀ ਤੌਬਾ, ਇੱਕ ਕਿਹੜੀ ਤੌਬਾ? ਝੂਠੀ ਤੌਬਾ। ਝੂਠੀ ਤੌਬਾ ਮਤਲਬ ਜਦੋਂ ਮੈਂ ਤੌਬਾ ਕਰਦਾ ਆ ਤੇ ਮੇਰੇ 'ਚ ਇੱਕ ਰੜਕ ਹੁੰਦੀ, ਰੜਕ, ਇੱਕ ਰੜਕ ਰੱਖ ਕੇ ਤੌਬਾ ਕਰਦਾ। ਮੇਰੀ ਬਿਮਾਰੀ ਚੰਗੀ ਹੋ ਜਵੇ, ਫਿਰ ਰੱਬਾ ਮੈਂ ਤੌਬਾ ਕਰ ਲੂੰਗਾ। ਮੇਰਾ ਵਿਆਹ ਹੋ ਜਵੇ, ਮੈਂ ਤੌਬਾ ਕਰ ਲੂੰਗਾ। ਮੇਰੇ ਬੱਚੇ ਹੋ ਜਾਣ, ਮੈਂ ਤੌਬਾ ਕਰ ਲੂੰਗਾ। ਮੇਰਾ ਘਰ ਬਣ ਜਵੇ, ਮੈਂ ਤੌਬਾ ਕਰ ਦੂੰਗਾ। ਸੋ ਕਿੰਨੀ ਕਾਮਨਾਵਾਂ ਰੱਖ ਕੇ ਤੌਬਾ ਕਰਦੇ ਆ। ਇਹ ਤੌਬਾ ਕਿਹੜੀ ਹੁੰਦੀ ਆ? ਝੂਠੀ ਤੌਬਾ। ਜਿਹਦਾ ਮਤਲਬ ਕਿਸੇ ਨੇ ਇਦਾਂ ਤੌਬਾ ਕੀਤੀ ਹੈ ਨਾ, ਖੁਸ਼ੀ ਵਿੱਚ ਹੀ ਤੌਬਾ ਕਰ ਲਈ, ਰਸੋਈ ਗਾਇਬ ਹੋ ਗਈ, ਤੌਬਾ ਕਰ ਲਈ, ਉਹਦੇ ਚਾਅ 'ਚ ਹੀ ਤੌਬਾ ਕਰ ਲਈ। ਪਾਪ ਨੂੰ ਸਮਝਿਆ ਹੀ ਨਹੀਂ, ਆਪਣੀ ਹਾਲਤ ਨੂੰ ਸਮਝਿਆ ਹੀ ਨਹੀਂ। ਸੋ ਉਹਨੇ ਕਿਹਾ ਤੌਬਾ ਕਰਨੀ ਪੈਣੀ ਆ। ਤੇ ਸੱਚੀ ਤੌਬਾ ਕੀ ਆ? ਇਸ ਭਾਈ ਨੇ ਜਦੋਂ ਤੌਬਾ ਕੀਤੀ ਤੇ ਕੀ ਕਹਿ ਰਿਹਾ? ਸੱਚੀ ਤੌਬਾ ਦੇ ਸ਼ਬਦ ਸੁਣ ਲਿਓ। ਅਗਰ ਤੁਹਾਡੇ ਚੋਂ ਕਿਸੇ ਨੇ ਉਸ ਟਾਈਪ ਦੀ ਤੌਬਾ ਨਹੀਂ ਕੀਤੀ ਤੇ ਅੱਜ ਮੌਕਾ ਹੈਗਾ। ਹਾਲੇਲੂਇਆ। ਸੱਚੀ ਤੌਬਾ ਕੀ ਆ? ਸੱਚੀ ਤੌਬਾ ਆ ਇੱਕ ਇਨਸਾਨ ਨੂੰ ਉਹਦੇ ਪਾਪ ਨਜ਼ਰ ਆ ਜਾਣੇ, ਔਰ ਜਿੱਦਾਂ ਹੀ ਪਾਪ ਨਜ਼ਰ ਆਉਂਦੇ ਆ ਤੇ ਉਹ ਪਰਮੇਸ਼ਰ ਦੇ ਅੱਗੇ ਕੀ ਕਰਦਾ ਆ? ਤੌਬਾ ਕਰਦਾ। ਹਾਲੇਲੂਇਆ। ਤੇ ਤੌਬਾ ਵੇਲੇ ਸ਼ਬਦ ਪਤਾ ਕੀ ਬੋਲਦਾ ਆ? हे ਪਰਮੇਸ਼ਰ, ਮੈਂ ਪਾਪੀ ਆ, ਮੈਨੂੰ ਮੇਰੇ ਮੌਤ ਦੇ ਦਿਨ ਦਾ ਪਤਾ ਨਹੀਂ, ਮੈਨੂੰ ਮਾਫ ਕਰ ਦੇ। ਮੇਰੀ ਮੌਤ ਤੋਂ ਪਹਿਲਾਂ ਮੇਰਾ ਪਾਪ ਕੀ ਕਰ ਦੇ? ਮਾਫ ਕਰ ਦੇ। ਮੇਰੀ ਬਿਮਾਰੀ ਜਾਏ ਨਾ ਜਾਏ, ਮੇਰਾ ਘਰ ਬਣੇ ਨਾ ਬਣੇ, ਮੇਰੀ ਤਮੰਨਾ ਪੂਰੀ ਹੋਵੇ ਨਾ ਹੋਵੇ, हे ਪਰਮੇਸ਼ਰ, ਮੇਰਾ ਪਾਪ ਮੇਰੇ ਮਰਨ ਤੋਂ ਪਹਿਲਾਂ ਮਾਫ ਕਰ ਦੇ। ਜਦੋਂ ਏਦਾਂ ਰੋਂਦਾ ਨਾ, ਏਦਾਂ ਹੋ ਕੇ ਭਰਦਾ, ਉਹ ਤੌਬਾ ਰੱਬ ਦੇ ਘਰ 'ਚ ਕਬੂਲ ਹੁੰਦੀ। ਹਾਲੇਲੂਇਆ, ਹਾਲੇਲੂਇਆ। ਕਿਹੜੀ ਤੌਬਾ ਕਬੂਲ ਹੁੰਦੀ ਬਈ? ਸੱਚੀ ਤੌਬਾ, ਜਿਹਦੇ 'ਚ ਕੋਈ ਰੜਕ ਹੁੰਦੀ ਨਹੀਂ। ਅੱਜ ਆਪਣੇ 'ਚ 90% ਰੜਕਾਂ ਵਾਲੇ ਬੈਠੇ। ਜੇ ਸਹੀ ਤੌਬਾ ਨਹੀਂ ਕਰੋਗੇ ਤਾਂ ਬੜਾ ਮੁਸ਼ਕਲ ਹੋ ਜਾਊਗਾ। ਇਹ ਤਾਂ ਤੁਹਾਨੂੰ ਸਾਰਾ ਸਿਸਟਮ ਦਿਖਾਉਣ ਦਾ ਮਕਸਦ ਕੀ ਹੈ? ਜਦੋਂ ਆਪਾਂ ਤੁਹਾਡੇ 'ਚ ਕਾਫੀ ਲੋਕ ਜਾਣਦੇ ਹੋਣੇ ਆ, ਜਦੋਂ ਆਪਾਂ ਕ੍ਰਿਕਟ ਦਾ ਮੈਚ ਦੇਖੀ ਨਾ, ਬੈਟ ਬੱਲੇ ਦਾ ਮੈਚ ਦੇਖੀਦਾ ਟੈਲੀਵਿਜ਼ਨ 'ਚ, ਤੇ ਜਦੋਂ ਕੋਈ ਭਾਈ ਆਊਟ ਹੋ ਜਾਂਦਾ ਨਾ, ਤਾਂ ਕਈ ਵਾਰੀ ਉਹ ਅੰਪਾਇਰ ਜਿਹੜੇ ਦੋ ਹੁੰਦੇ ਨਾ, ਉਹਨਾਂ ਨੂੰ ਭੁਲੇਖਾ ਪੈ ਜਾਂਦਾ, ਉਹਨਾਂ ਨੂੰ ਪਤਾ ਨਹੀਂ ਲੱਗਦਾ ਕੀ ਹੋਣਾ, ਕੀ ਹੋਇਆ, ਕਿਉਂਕਿ ਗੇਂਦ ਕਿੱਧਰੋਂ ਆਈ, ਕਿੱਧਰ ਵੱਜੀ, ਕਿੱਧਰੋਂ ਗਈ, ਉਹ ਥੋੜਾ ਜਿਹਾ ਝਪੱਕੀ ਜਿਹੀ ਪੈ ਗਈ, ਪਤਾ ਨਹੀਂ ਲੱਗਾ। ਉਹਨਾਂ ਨੇ ਅਪੀਲ ਕੀਤੀ ਤੀਸਰੇ ਅੰਪਾਇਰ ਨੂੰ। ਕਿਹਨੂੰ? ਤੀਸਰੇ ਅੰਪਾਇਰ ਨੂੰ। ਤੀਸਰੇ ਅੰਪਾਇਰ ਨੇ ਫਿਰ ਕੀ ਕੀਤਾ? ਉਹਦੇ ਕੋਲ ਇਲੈਕਟ੍ਰੋਨਿਕ ਸਿਸਟਮ ਹੁੰਦਾ। ਉਹਨੇ ਕੀ ਕੀਤਾ? ਏਦਾਂ ਹੀ ਸਕਰੀਨ ਦੇ ਉੱਤੇ ਨਾ ਉਹ ਜਿਹੜਾ ਭਾਈ ਬਾਲ ਸਿੱਟ ਕੇ ਗਿਆ ਸੀ ਦੁਬਾਰਾ ਦਿਖਾਇਆ। ਹੁਣ ਉਦੋਂ ਤਾਂ ਉਹਨੇ ਫਟਾਫਟ ਏਦਾਂ ਸਿੱਟਦੀ ਬਾਲ, ਪਰ ਉੱਥੇ ਜਦੋਂ ਦਿਖਾਇਆ ਨਾ ਤੇ ਬੜੇ ਸਲੋ ਮੋਸ਼ਨ 'ਚ ਦਿਖਾਇਆ, ਕਿੱਦਾਂ ਉਹਦਾ ਹੱਥ ਚੱਲਿਆ, ਕਿੱਦਾਂ ਉਹਦੇ ਹੱਥ 'ਚੋਂ ਬਾਲ ਨਿਕਲਿਆ, ਕਿੱਥੇ ਠੱਪਾ ਪਿਆ, ਕਿੱਥੋਂ ਗੇਂਦ ਟਰਨ ਹੋਈ, ਕਿੱਥੋਂ ਵਿਕਟ ਵਿੱਚ ਲੱਗੀ। ਤੇ ਜਦੋਂ ਵਿਕਟ 'ਚੋਂ ਲੱਗ ਕੇ ਗਈ ਨਾ ਤੇ ਉਹ ਤੇਜ਼ੀ ਨਾਲ ਗਈ ਤੇ ਪਤਾ ਨਹੀਂ ਲੱਗਾ। ਉੱਥੇ ਉਹਨੇ ਕੀ ਕਰਤਾ? ਸਲੋ ਮੋਸ਼ਨ ਤਾਂ ਕੀਤਾ ਹੀ ਸੀਗਾ, ਨਾਲ ਉਹਨੂੰ ਬਾਰ-ਬਾਰ ਅੱਗੇ ਪਿੱਛੇ ਕਰਕੇ ਦਿਖਾ ਰਿਹਾ ਆ ਗੇਂਦ ਕਿੱਦਾਂ ਉਹਦੇ ਨਾਲ ਟੱਚ ਹੋ ਕੇ ਗਈ। ਨਾਲ ਹੀ ਫਿਰ ਉਹਨੇ ਆਵਾਜ਼ ਦਾ ਸਿਸਟਮ ਵੀ ਕੀ ਕਰਤਾ? ਥੋੜਾ ਉੱਚਾ ਕਰਤਾ, ਤਾਂ ਕਿ ਆਵਾਜ਼ ਵੀ ਆਉਣੀ ਹੈ ਨਾ। ਗੇਂਦ ਨਾਲੋਂ ਦੀ ਲੰਘ ਰਹੀ, ਬਾਰ-ਬਾਰ ਦਿਖਾ ਰਹੇ ਆ, ਤੇ ਜੇ ਤਾਂ ਗੇਂਦ ਵੱਜ ਕੇ ਗਈ ਆ ਫਿਰ ਆਵਾਜ਼ ਵੀ ਆਊਗੀ। ਫਿਰ ਉਹ ਆਵਾਜ਼ ਦੇ ਸਰਕਲ ਵੀ ਕੀ ਕਰਦੇ ਆ? ਦੱਸ ਦਿੰਦੇ ਆ। ਪਰ ਇਹ ਹੁੰਦਾ ਕਿੱਦਾਂ? ਨਿਰਣੇ ਲਿਆ ਕਿੱਦਾਂ ਜਾਂਦਾ ਆ? ਸਲੋ ਮੋਸ਼ਨ 'ਚ ਕਰਕੇ ਔਰ ਜ਼ੂਮ ਕਰਕੇ। ਕਿੱਦਾਂ? ਸਲੋ ਮੋਸ਼ਨ ਔਰ
ਜ਼ੂਮ ਕਰਕੇ ਦਿਖਾਇਆ ਜਾਂਦਾ ਆ ਤੇ ਫਿਰ ਉਹਨਾਂ ਨੂੰ ਪਤਾ ਲੱਗ ਜਾਂਦਾ ਵਾਕਿਆ ਹੀ ਇਦਾਂ ਆ। ਅੱਜ ਇਹ ਜਿਹੜਾ ਨਵੇਂ ਜਨਮ ਦਾ ਪ੍ਰੋਗਰਾਮ ਸੀਗਾ ਨਾ, ਇੱਥੇ ਵਿਸ਼ੇ ਤਾਂ ਤੁਸੀਂ ਬਹੁਤ ਵਾਰੀ ਸੁਣੇ ਹੋਣੇ ਆ, ਪਰ ਅੱਜ ਤੁਹਾਨੂੰ ਕੀ ਕੀਤਾ ਗਿਆ? ਕੁਝ ਨਵਾਂ ਨਹੀਂ ਕੀਤਾ ਗਿਆ, ਉਹੀ ਸੁਣਾਇਆ ਗਿਆ ਜੋ ਤੁਸੀਂ ਸੁਣਦੇ ਆ, ਪਰ ਕੀ ਕੀਤਾ ਗਿਆ? ਇਹਨੂੰ ਜ਼ੂਮ ਕਰਕੇ, ਲਾਗੇ ਕਰਕੇ, ਸਲੋ ਮੋਸ਼ਨ ਦੇ ਵਿੱਚ ਦਿਖਾ ਦਿੱਤਾ ਗਿਆ। ਔਰ ਹੁਣ ਤੁਸੀਂ ਕੀ ਕਰੋ? ਇਸ ਮੈਚ ਨੂੰ ਜਿਹੜਾ ਨਵੇਂ ਜਨਮ ਦਾ ਆ, ਧਿਆਨ ਦੇ ਨਾਲ ਆਪਣੇ ਆਪ ਨੂੰ ਇਹ ਖਿਡਾਰੀ ਬਣਾ ਕੇ ਆਪਣੇ ਆਪ ਨੂੰ ਪੇਸ਼ ਕਰੋ। ਆਪਣੇ ਆਪ ਨੂੰ ਦੇਖੋ, ਜਦੋਂ ਤੂੰ ਤੌਬਾ ਕੀਤੀ ਸੀ ਕਿਸੇ ਆੜ ਦੇ ਵਿੱਚ ਤਾਂ ਨਹੀਂ ਸੀ ਕੀਤੀ, ਉਦੋਂ ਕੋਈ ਤੇਰੇ ਮਨ ਵਿੱਚ ਕੋਈ ਤੇਰੀ ਤਮੰਨਾ ਦੇ ਕਰਕੇ ਤਾਂ ਨਹੀਂ ਤੌਬਾ ਕੀਤੀ ਸੀ। ਤੇ ਜੇ ਤੂੰ ਉਦੋਂ ਤੌਬਾ ਕੀਤੀ ਸੀ, ਕੋਈ ਵਿੱਚ ਖੁਆਇਸ਼ ਨਹੀਂ ਸੀ ਰੱਖੀ, ਤੈਨੂੰ ਤੇਰੇ ਪਾਪ ਦਾ ਪਤਾ ਲੱਗ ਗਿਆ ਸੀ, ਤੈਨੂੰ ਕੰਬਣੀ ਲੱਗ ਗਈ ਸੀ, ਤੈਨੂੰ ਪਤਾ ਲੱਗ ਗਿਆ ਸੀਗਾ ਜੇ ਮੈਂ ਏਦਾਂ ਹੀ ਮਰਿਆ ਤੇ ਨਰਕ ਵਿੱਚ ਹੀ ਜਾਊਂਗਾ, ਉਦੋਂ ਤੂੰ ਪਾਪ ਲਈ ਦੁਖੀ ਹੋ ਕੇ ਤੌਬਾ ਕੀਤੀ ਤੇ ਪ੍ਰਮਾਤਮਾ ਨੇ ਤੌਬਾ ਕੀ ਕਰ ਲਈ? ਭਲਾ ਬੋਲੋ, ਕੀ ਕਰ ਲਈ? ਕਬੂਲ ਕਰ ਲਈ। ਹਾਲੇਲੂਇਆ। ਸੋ ਆਜੋ ਧਿਆਨ ਦੇ ਨਾਲ ਇਸ ਤਸਵੀਰ ਨੂੰ ਦੇਖੋ। ਜਿੱਦਾਂ ਹੀ ਤੌਬਾ ਇਹਦੀ ਕਬੂਲ ਹੋ ਗਈ, ਜਿੱਦਾਂ ਹੀ ਕਬੂਲ ਹੋਈ ਤੌਬਾ, ਤੇ ਤੌਬਾ ਕਬੂਲ ਹੁੰਦੇ ਸਾਰੀ ਪਰਮੇਸ਼ਰ ਨੇ ਆਪਣਾ ਆਤਮਾ ਇਹਦੇ ਅੰਦਰ ਭੇਜ ਦਿੱਤਾ। ਬੋਲੋ ਹਾਲੇਲੂਇਆ। ਸਾਰੇ ਨੂੰ ਬੋਲੋ ਹਾਲੇਲੂਇਆ। ਤੁਹਾਡੇ ਮਹੱਲੇ ਨੂੰ ਪਤਾ ਲੱਗ ਜਾਵੇ ਹਾਲੇਲੂਇਆ। ਤੁਹਾਨੂੰ ਇੱਕ ਦੂਜੇ ਨੂੰ ਪਤਾ ਲੱਗ ਜਾਵੇ ਹਾਲੇਲੂਇਆ, ਹਾਲੇਲੂਇਆ। ਕੀ ਹੋ ਗਿਆ ਸੱਚੀ ਤੌਬਾ ਨਾਲ ਭਾਈ? ਕੀ ਪ੍ਰੂਫ ਹੋ ਗਿਆ? ਜਿੱਦਾਂ ਸੱਚੀ ਤੌਬਾ ਕੀਤੀ ਕੀ ਹੋ ਗਿਆ ਭਾਈ? ਅੰਦਰ ਕੀ ਆ ਗਿਆ? ਪਵਿੱਤਰ ਆਤਮਾ। ਨਾਲ ਕੀ ਲੈ ਕੇ ਆ ਗਿਆ? ਵਚਨ ਦਾ ਬੀਜ। ਹਾਲੇਲੂਇਆ। ਆ ਜਿਹੜਾ ਮੈਂ ਬੋਲ ਰਿਹਾ ਆ, ਇਹ ਕੀ ਆ? ਵਚਨ ਬੋਲ ਰਿਹਾ, ਇਹ ਬੀਜ ਆ ਜਿਹੜਾ ਮੈਂ ਇਹਨਾਂ ਜ਼ਮੀਨਾਂ ਤੇ ਕੀ ਦੇ ਰਿਹਾ? ਛਿੱਟਾ ਦੇ ਰਿਹਾ। ਅੱਜ ਜਿਹੜੀ ਜ਼ਮੀਨ ਝਾੜੀਆਂ ਪੱਟ ਲਊਗੀ, ਜਿਹੜੀ ਪੱਥਰ ਕੱਢ ਲਊਗੀ, ਜਿਹੜੀ ਡੰਡੀਆਂ ਪੋਲੀਆਂ ਕਰ ਲਊਗੀ, ਅੱਜ ਉਹਦੇ ਅੰਦਰ ਇਹ ਪਵਿੱਤਰ ਆਤਮਾ ਆਉਣਾ। ਹਾਲੇਲੂਇਆ। ਅੱਗ ਆਉਣੀ, ਅੱਗ। ਹਾਲੇਲੂਇਆ। ਐਸੇ ਟਾਈਮ ਅੱਗ ਆਉਣੀ ਆ। ਇਹ ਦੋ ਚਾਰ ਸ਼ਬਦਾਂ ਤੋਂ ਬਾਅਦ ਇਹ ਅੱਗ ਨੇ ਤੁਹਾਡੇ 'ਚ ਘੁੰਮਣਾ ਆ। ਹਾਲੇਲੂਇਆ। ਸੋ ਜਿੱਦਾਂ ਹੀ ਸੱਚੀ ਤੌਬਾ ਕੀਤੀ, ਪਵਿੱਤਰ ਆਤਮਾ ਆ ਗਿਆ। ਆ ਜਿਹੜਾ ਵਾਈਟ ਵਾਈਟ ਦਿਖਦਾ ਵਿੱਚ, ਚਿੱਟਾ ਚਿੱਟਾ, ਸਮਝਾਉਣ ਦੇ ਤੌਰ ਤੇ ਆ। ਔਰ ਇਹ ਜਿਹੜਾ ਨੀਲਾ ਨੀਲਾ ਦਿਸਦਾ, ਇਹ ਕੀ ਆ? ਵਚਨ ਦਾ ਬੀਜ। ਦੂਸਰੇ ਸ਼ਬਦਾਂ ਵਿੱਚ ਅੰਦਰਲਾ ਮਨੁੱਖ। ਕਿਹੜਾ ਮਨੁੱਖ? ਅੰਦਰਲਾ ਮਨੁੱਖ। ਤੇਰੇ ਵਿੱਚ ਇੱਕ ਅੰਦਰਲਾ ਹੋਣਾ ਆ। ਜੇ ਤੇਰੇ ਚ ਅੰਦਰਲਾ ਆਊਗਾ, ਅੰਦਰਲਾ ਪੜੂਗਾ, ਅੰਦਰਲਾ ਵੱਡਾ ਹੋਊਗਾ, ਫਿਰ ਆ ਬਾਹਰਲਾ ਖੋਲ ਟੁੱਟਣਾ ਹੀ। ਜਿੱਦਾਂ ਆਂਡੇ 'ਚ ਚੂਚਾ ਤਿਆਰ ਹੋ ਜਾਂਦਾ ਤੇ ਆਂਡੇ ਦਾ ਖੋਲ ਕੀ ਹੋ ਜਾਂਦਾ? ਟੁੱਟ ਜਾਂਦਾ। ਆਹ ਖੋਲ ਟੁੱਟਣਾ ਹੈ ਨਾ, ਇਹਦੇ ਲਈ ਆਪਾਂ ਕੋਠੀਆਂ ਬਣਾਉਂਦੇ ਨਾ, ਇਹਦਾ ਨਾਮ ਉੱਚਾ ਕਰਨ ਦੇ ਨਾ, ਇਹਦਾ ਨੱਕ ਨਾ ਰਹਿ ਜਾਏ, ਇਹਦੇ ਲਈ ਲੱਗੇ ਹੋਏ ਨਾ। ਪਰ ਜਿਹੜਾ ਅੰਦਰ ਮਨੁੱਖ ਆਉਂਦਾ ਆ, ਉਹਨੇ ਇਹਨੂੰ ਕੀ ਕਰਨਾ ਆ? ਤੋੜਨਾ, ਤਾਂ ਕਿ ਅੰਦਰਲਾ ਤਿਆਰ ਹੋ ਕੇ ਜਿਹਦੇ ਸਰੂਪ ਦਾ ਆ, ਉਹਦੇ ਸਰੂਪ 'ਚ ਕੀ ਹੋ ਜਾਵੇ? ਮਿਲ ਜਾਏ। ਹਾਲੇਲੂਇਆ। ਤੁਸੀਂ ਆਪ ਨਹੀਂ ਕਹਿ ਸਕਦੇ ਕੋਈ ਵੀ। ਸਾਨੂੰ ਵਚਨ ਸੁਣਨ ਦੀ ਆਦਤ ਹੈ, ਸਾਨੂੰ ਵਚਨ ਦੀ ਭੁੱਖ ਰਹਿੰਦੀ ਆ, ਤੇ ਅਸੀਂ ਹਮੇਸ਼ਾ ਖੁਦਾ ਦੇ ਦਾਸ ਸਾਡੇ ਬਾਈਬਲ ਟੀਚਰ ਆ, ਸਾਡੇ ਕੋਲ ਆਉਂਦੇ ਸਿਖਾਉਂਦੇ ਆ, ਔਰ ਸਾਨੂੰ ਅੱਜ ਇਹ ਸੁਭਾਗ ਮਿਲਿਆ ਕਿ ਅਸੀਂ ਤੁਹਾਡੇ ਵਿੱਚ ਵਚਨ ਸ਼ੇਅਰ ਕਰੀਏ। ਦੱਸੋ ਜੀ ਕਿੱਦਾਂ ਦੀ ਹਾਲਤ ਮੇਰੀ ਹੁੰਦੀ ਆ? ਆਪੇ ਨਿਕਲਦਾ। ਮੇਰੇ ਚੋਂ ਗੇੜ ਕੇ ਥੋੜੀ ਕੱਢਣਾ ਪੈਂਦਾ। ਅੱਜ ਮੈਂ ਤੁਹਾਡੇ ਕੋਲ ਗੇੜ ਕੇ ਕੱਢਦਾ, ਗੇੜ ਕੇ ਕੱਢਦੇ ਤਾਂ ਤੁਸੀਂ ਨਲਕੇ ਆ, ਪਰ ਆਪਾਂ ਓਵਰਫਲੋ ਟੈਂਕੀ ਬਣਨਾ ਜੇ ਚੋਂ ਆਪਣੇ ਆਪ ਹੀ ਕਹਿੰਦਾ। ਪਤਾ ਨਹੀਂ ਜਾਂ ਤੁਹਾਨੂੰ ਸਿੱਖਣਾ ਨਹੀਂ ਆਉਂਦਾ ਜਾਂ ਮੈਨੂੰ ਸਿਖਾਉਣਾ ਨਹੀਂ ਆਉਣ ਡਿਆ, ਕਿਉਂਕਿ ਸਿੱਖਣ ਵਾਲੀ ਤਾਂ ਭਾਵਨਾ ਹੁੰਦੀ ਹੈ। ਤੁਹਾਡੇ ਚ ਕਈਆਂ ਨੇ ਖੜੇ ਹੋ ਕੇ ਨਾਰੇ ਲਾਉਣੇ ਸ਼ੁਰੂ ਕਰ ਦੇਣੇ ਸੀ,
पता नहीं कितों सुस्ती पा के आ गए इदां ही खरे ध्यान ही लंगर च लगा होया भी कदों ये बंदा मुंह बंद करे ते लंगर खाइए। हालेलुया हालेलुया। इत्थे हुण की हो गया वचन का बीज आ गया पवित्र आत्मा दे विच आ गया और जिद्दां ही वचन का बीज दे विच आया पवित्र आत्मा आया ये पिता दे पुत्र दे और पवित्र आत्मा दे हाथ विच आ गया। हालेलुया। अगर जूम कर सकते तो छोटा बच्चा दिखा दियो पिछे वाले नूं दिस जूगा कोना या जूम कर दियो। हालेलुया। स्तुति हो स्तुति हो स्तुति हो। हालेलुया। नहीं हो रहा। हालेलुया। हाँ अंदर किया भाई बच्चा नवा जन्मिया केड़ा नवा जन्मिया तारे जो कोई किसी नवा जन्म हो गया इदा होना ही। पिता पुत्र और पवित्र आत्मा का हाथ असल च हैगा किया कलीसिया आया झोंडिया जिहदे विच रख के खुदा की करदा आ साडे विच अपना रूप बनाउंदा स्वरूप बनाउंदा अपने रूप ते सानू बनाउंदा। हालेलुया। सो जिद्दां ये पवित्र आत्मा ने आ गया वचन का बीज आ गया ये पिता दे पुत्र दे और पवित्र आत्मा दे हाथ विच आ गया। हालेलुया। और किहदे वांगू आ गया एक छोटे बच्चे वांगू। जूम घटा दो बस समाप्ति वाल जा रहे जी। हालेलुया हालेलुया। मैं चाहना है जितने वचन दे आखिरी शब्द बोले जान तुहाडे चों हरेक जन अग पाए। कोई सलाबा जिहड़ा बैठा ना ध्यान नाल सुन लो जिहड़ा सलाबा बैठा रहूगा ना अग उत्ते भी आउणी आ पर उहने धुआं छड्डना ही वो धुआं छड्डू। और जिहड़ा अपने आप नूं पूरा अग दे हवाले करूगा सुका के तौबा करके वो चो लांबू निकलणगे। हालेलुया। ओदे अपने तां कमियां सड़ गईयां नाल दे दियां उदां ही सड़ जाणीआं। हालेलुया हालेलुया। आ जाओ ये हुण सिस्टम जिहड़ा समझ लो ध्यान नाल समाप्ति वाल जा रहे हैं। जिद्दां ये छोटे बच्चे वांगू पिता पुत्र पवित्र आत्मा दे हाथ विच आ गया इहनूं हुण सच्चे वचन की जरूरत आ। किहड़े वचन की जरूरत आ भाई सच्चे वचन की जरूरत आ। खांबरे वाले वचन की जरूरत नहीं। किहड़े वचन की जरूरत आ सच्चे वचन। सच्चे वचन की इहनूं हुण लोड़ आ और जिद्दां ही सच्चा वचन ਇਹਦੇ ਵਿੱਚ ਜਾਂਦਾ ਆ खुदा दा दास अभिषिक्त दास सानू पता जो खुदा दे दास बोलते होंगे सानू इदा लांबू लगा होंदा साडा घर जिहड़ा ना जिन्ने जिन्ने थोड़े हुंदे आ सारा गर्म होया होंदा गरम गरम सचमुच गरम पूरी गरमैश सियाल हो गर्मियां हो कुछ भी होवे। हालेलुया। इत्थे हुण की हो गया जिद्दां ही अभिषिक्त दास दे द्वारा वचन जांदा ना। हालेलुया हालेलुया। वचन आ गया एक वचन का रूप की है भला हुण जिद्दां ही इहदे च अभिषिक्त दास द्वारा वचन की अग जांदी आ अंदर पवित्र आत्मा तां पहले ही तेल वांगू हैगा आ ते तेल ते अग पाओ की हुंदा भाई तेल ते अग पा दिओ की हुंदा भांबड़ मचदा। हालेलुया। ते मन लो इहदे ते हुण अंदर भांबड़ मच गया ते दसो कि कमियां जाणगियां कि नहीं। हालेलुया हालेलुया। कमियां सड़ गईयां कि नहीं सड़ गईयां। हालेलुया। इस वास्ते एक अभिषिक्त कलीसिया अभिषिक्त दास की सानू जरूरत आ ताकि अग आई जाए कमियां जाई जान स्वरूप बनता जाए। सो आ जिहड़ी हालत आ ना मरियम जिहड़ी सी मरियम जिन वचन विच यीशु दी मां कहा गया मरियम ओ मरियम दे उत्ते भी पवित्र आत्मा आया सीगा जिहड़ा दूत से वो कह गया सीगा पवित्र आत्मा तेरे ते की होगा आऊगा ते तू की होंगी गर्भवती होंगी। हालेलुया। पवित्र आत्मा आऊगा तू गर्भवती होंगी। और ओ भैन ने पता की कहा सी मरियम ने
ਕਹਿੰਦੀ ਖੁਦਾ ਦੇ ਦੂਤ ਜਿੱਦਾਂ ਤੂੰ ਕਹਿ ਚੱਲਿਆ ਆ ਉਦਾਂ ਹੀ ਮੇਰੇ ਨਾਲ ਹੋ ਜਾਏ। ਹਾਲੇਲੂਇਆ। ਉਹਨੇ ਮੰਨ ਲਿਆ ਵਚਨ ਨੂੰ, ਔਰ ਉਹਦੀ ਕੁੱਖ ਦੇ ਵਿੱਚ ਕੀ ਆ ਗਿਆ ਸੀਗਾ? ਯਿਸੂ ਮਸੀਹ।